ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸ਼ਾ ਸਿਧ, ਨਵ ਨਿਧ ਕਰ ਤਲ ਤਾਕੇ। ਸੁਖ ਸਾਗਰ ਸੁਰ ਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਦਸ਼ਾ ਸਿਧ, ਨਵ ਨਿਧ ਕਰ ਤਲ ਤਾਕੇ। ਹਰ 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 ਨਾ ਜਪਹਿ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਉ। ਨਾਨਾ ਖਿਆਨ ਪੁਰਾਨ ਵੇਦ ਵਿਦ, 34 ਅੱਖਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਸਹਿਜ ਸਮਾਧ ਉਪਾਦ ਰਹਿਤ ਫੁਨ, ਬੜੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਸਹਿਜ ਸਮਾਧ ਉਪਾਦ ਰਹਿਤ ਫੁਨ, ਬੜੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪਰਗਾਸ ਹਿਰਦੈ ਧਰ, ਜਨਮ ਮਰਨ ਪੈ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸੋ ਦਰ ਰਹਿ ਰਾਸ ਸਾਹਿਬ ਜੀ ਦਾ ਪਾਠ ਸਨਮਾਨਯੋਗ ਭਾਈ ਅਵਤਾਰ ਸਿੰਘ ਜੀ ਕੀਰਤਨੀ ਜਥਾ ਆਰਤੀ ਸ਼ਬਦ ਕੀਰਤਨ, ਭਾਈ ਪਰਵਿੰਦਰ ਸਿੰਘ ਜੀ ਖਾਲਸਾ ਹੁਣੇ ਹੀ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਗਏ ਨੇ। ਲੜੀਵਾਰ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੇ ਅੰਮ੍ਰਿਤ ਬਚਨਾਂ ਦੀ ਪਿਛਲੇ ਕਈ ਦਿਨਾਂ ਤੋਂ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਭਾਈ ਸਾਹਿਬ ਨੇ ਕੀਰਤਨ ਦੀ ਸੰਪੰਨਤਾ ਤੇ ਬਾਬਾ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਲੋਕ, ਉਹਨਾਂ ਵਿੱਚੋਂ ਉਸ ਅੰਮ੍ਰਿਤ ਬਚਨ ਦਾ ਕੀਰਤਨ ਸਰਵਣ ਕਰਾਇਆ ਜਿਸ ਵਿੱਚ ਆਪਣੇ ਘਰ ਵਿੱਚ ਜਾਣ ਦੀ ਜਾਚ ਦੱਸੀ ਹੈ। ਪਰ ਕਰਨ ਮੇਰਾ ਇਹ ਨਹੀਂ। ਭਾਈ ਸਾਹਿਬ ਜਦੋਂ ਪੜ੍ਹ ਰਹੇ ਸਨ ਕਿ ਖਾਉ ਤਿਸ ਘੋਲ ਘੁਮਾਇਆ,
ਗੁਰਮਤਿ ਹਿਰਦੈ ਗਰੀਬੀ ਆਵੇ। ਬੜੀ ਵੱਡੀ ਗੱਲ ਜੇ। ਤਨ ਦੀ ਗਰੀਬੀ ਤਾਂ ਵਕਤੀ ਬੰਦਾ ਦੇਖ ਕੇ ਸਿੱਖ ਜਾਂਦਾ ਹੈ, ਪਰ ਹਿਰਦੇ ਦੀ ਗਰੀਬੀ ਤਾਂ ਸਤਿਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਅੰਦਰ ਸਵੀਕਾਰ ਕਰ ਲਵੇ ਕਿ ਮੈਂ ਮਾੜਾ ਹਾਂ, ਪਰ ਇਸ ਮਾੜੇਪਨ ਨੂੰ ਹੀਣਤਾ 'ਚ ਨਹੀਂ ਲਿਜਾਣਾ। ਗੁਰਮਤਿ ਹਿਰਦੈ ਗਰੀਬੀ ਆਵੇ। ਤੇ ਤਿੰਨ ਗੱਲਾਂ ਤੇ ਜਿਹੜਾ ਸਿੱਖ ਪਹਿਰਾ ਦੇ ਗਿਆ, ਸੱਚ ਇਹ ਵੇ ਉਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਲੈ ਗਿਆ। ਇੱਕ ਪਰਾਏ ਤਨ ਤੋਂ ਬਚ ਗਿਆ, ਦੂਜਾ ਪਰਾਏ ਧਨ ਤੋਂ ਬਚ ਗਿਆ, ਤੇ ਤੀਜਾ ਜਿਹੜਾ ਪਰਾਈ ਨਿੰਦਿਆ ਤੋਂ ਬਚ ਗਿਆ, ਉਹਦੇ ਅੰਦਰ ਨੂੰ ਕਦੀ ਸੇਕ ਲੱਗ ਹੀ ਨਹੀਂ ਸਕਦਾ। ਬਸ ਆਹ ਤਿੰਨ ਚੀਜ਼ਾਂ ਹੀ ਟਿਕਣ ਨਹੀਂ ਜੇ ਦਿੰਦੀਆਂ। ਜਦੋਂ ਸਾਡਾ ਮਨ ਖਿੰਡਦਾ ਹੈ, ਅਸੀਂ ਕਹਿੰਦੇ ਹਾਂ ਟਿਕਾ ਨਹੀਂ ਬਣਦਾ। ਸੱਚ ਇਹ ਵੇ ਤਿੰਨ ਚੀਜ਼ਾਂ ਜਿਹੜੀਆਂ ਨੇ ਬੰਦੇ ਦੇ ਅੰਦਰ ਨੂੰ ਖਾਂਦੀਆਂ ਨੇ। ਇਹ ਵੀ ਹਕੀਕਤ ਹੈ ਕਿ ਬੰਦਾ ਪਰਦੇ ਥੱਲੇ ਜੀਂਦਾ ਹੈ, ਉਮਰ ਢਲ ਜਾਂਦੀ ਹੈ, ਪਰ ਅੰਦਰ ਦੀ ਵਾਸ਼ਨਾ ਨਹੀਂ ਜੇ ਢਲਦੀ। ਪਹਿਲੀ ਸਤਿਗੁਰੂ ਦਾ ਬਚਨ ਭਾਈ ਗੁਰਦਾਸ ਸਾਹਿਬ ਦੀ ਰਚਨਾ ਚੋਂ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਬਿਲਕੁਲ ਨੇੜੇ ਟੁਕੇ ਨਾ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਜਿਤਨਾ ਮਰਜੀ ਕਿਸੇ ਦਾ ਧਨ ਪਿਆ ਹੋਵੇ, ਉਹਨੂੰ ਚੁਰਾਏ ਨਾ। ਚੁਰਾਉਣ ਦੀ ਗੱਲ ਛੱਡੋ, ਕੁਝ ਲੋਕ ਹੱਥ ਨਾਲ ਚੁਰਾ ਲੈਂਦੇ ਨੇ, ਕੋਈ ਅੱਖਾਂ ਨਾਲ ਵੇਖ ਕੇ ਫੁਰਨਿਆਂ ਨਾਲ ਚੁਰਾਉਣ ਦਾ ਯਤਨ ਕਰਦੇ ਨੇ ਕਿ ਜੇ ਕਿਤੇ ਸਾਰਾ ਮੇਰੇ ਕੋਲ ਹੀ ਆ ਜਾਏ। ਮਨ ਦੀ ਚੋਰੀ ਹੋਈ ਹੈ ਨਾ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਕਹਿਣ ਲੱਗੇ ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਕਿਸੇ ਦੂਜੇ ਦੀ ਨਿੰਦਿਆ ਹੋਵੇ, ਯਤਨ ਕਰੇ ਕਿ ਆਪਣੇ ਆਪ ਨੂੰ ਉਹਦੇ ਤੋਂ ਦੂਰ ਕਰ ਲੈ। ਮੈਨੂੰ ਯਾਦ ਹੈ, ਮੈਂ ਪ੍ਰਕਰਨ ਨਹੀਂ ਇਹ ਲੈਣਾ, ਚਿੱਤ ਮੇਰਾ ਕਰ ਰਿਹਾ ਸੀ ਇਸੇ ਤੇ ਹੀ ਬੋਲਾਂ, ਪਰ ਅਸੀਂ ਭਗਤ ਸਾਹਿਬ ਬਾਰੇ ਕੱਲ ਬੇਨਤੀ ਕੀਤੀ ਸੀ। ਅੰਮ੍ਰਿਤਸਰ ਸਾਹਿਬ ਇੱਕ ਮਹਾਂਪੁਰਖ ਹੋਏ ਨੇ, ਉਹਨਾਂ ਨੂੰ ਬੁੰਦਿਆਂ ਵਾਲੇ ਸੰਤ ਕਹਿੰਦੇ ਸਨ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਸੰਤ ਗਾਥਾ 'ਚ ਉਹਨਾਂ ਦਾ ਜ਼ਿਕਰ ਕੀਤਾ ਹੈ। ਉਹ ਕਿਸੇ ਅਨ ਮਤ ਧਰਮ ਨਾਲ ਸੰਬੰਧਿਤ ਸਨ, ਅਨ ਮਤ ਦੂਜੇ ਮਤ ਨਾਲ। ਪਰ ਜਦੋਂ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨ ਸੁਣਿਆ, ਬਸ ਸੱਚ ਇਹ ਵੇ ਕਿ ਜ਼ਿੰਦਗੀ ਦੀ ਆਖਰੀ ਮੰਜ਼ਿਲ ਉੱਥੇ ਮਿਲ ਗਈ। ਉਹਨਾਂ ਨੇ ਉੱਨ ਦੇ ਦੋ ਬੁੰਦੇ ਨਹੀਂ ਬੁੰਦੇ, ਨਿਆਣਿਆਂ ਦੇ ਕਈ ਵਾਰੀ ਬੀਬੀਆਂ ਪਹਿਲਾਂ ਬਣਾਉਂਦੀਆਂ ਸਨ ਹੁੰਦੀਆਂ, ਉਹ ਫੁੰਮਣ ਜਿਹੇ ਲਟਕਦੇ ਹੋਣੇ ਬੁੰਦੇ ਸ਼ਬਦ। ਸਾਰਾ ਦਿਨ ਉਹਨਾਂ ਕੀਰਤਨ ਸੁਣਨਾ, ਤੇ ਜਦੋਂ ਬਾਹਰ ਨਿਕਲਣਾ ਤੇ ਦੋਨੋਂ ਬੁੰਦੇ ਜਿਹੜੇ ਨੇ ਕੰਨ ਵਿੱਚ ਦੇ ਲੈਣੇ, ਤੇ ਜੇ ਕਿਸੇ ਬੋਲਣਾ ਥੋੜਾ ਜਿਹਾ ਖੋਲ ਲੈਣਾ। ਇੱਕ ਦਿਨ ਭਾਈ ਸਾਹਿਬ ਨੇ ਪੁੱਛ ਲਿਆ ਵੀ ਗੁਰਮੁਖੋ ਤੁਸੀਂ ਕੀਰਤਨ ਸੁਣਦੇ ਹੋ, ਪਰ ਉਦੋਂ ਬਾਅਦ ਇਹ ਕੰਨਾਂ 'ਚ ਬੁੰਦੇ ਕਿਉਂ ਦੇ ਦਿੰਦੇ ਹੋ? ਕਹਿਣ ਲੱਗੇ ਅਸਲ 'ਚ ਕੀਰਤਨ ਦਾ ਅੰਮ੍ਰਿਤ ਅੰਦਰ ਗਿਆ ਹੁੰਦਾ ਹੈ। ਲੋਕਾਂ ਦੀ ਆਦਤ ਹੈ ਕਿ ਕਿਸੇ ਨਾ ਕਿਸੇ ਦੀ ਬਦਖੋਈ ਕਰਨੀ, ਮੈਂ ਤਾਂ ਬੁੰਦੇ ਦਿੱਤੇ ਨੇ ਕਿਸੇ ਦੀ ਨਿੰਦਿਆ ਸੁਣਾ ਹੀ ਨਾ। ਜੇ ਮੈਂ ਸੁਣਾ ਨਾ ਤੇ ਮੇਰੇ ਉਹਦੇ ਪ੍ਰਤੀ ਮਾੜੇ ਖਿਆਲ ਹੀ ਨਾ ਬਣ। ਸਤਿਗੁਰੂ ਨੇ ਕਿਹਾ ਭਾਈ ਇਹ ਤਿੰਨ ਚੀਜ਼ਾਂ, ਇੱਕ ਪਰਾਈ ਨਿੰਦਿਆ, ਦੂਜਾ ਪਰਾਇਆ ਧਨ, ਤੇ ਤੀਜਾ ਪਰਾਇਆ ਤਨ। ਪਰ ਸਤਿਗੁਰੂ ਨੇ ਇੱਕ ਚਾਰ ਪਰ ਹੋਰ ਵੀ ਕਹਿ, ਪਰ ਧਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ। ਤਿੰਨ ਤੇ ਸ਼ਬਦ ਵਰਤੇ। ਇੱਥੇ ਵੀ ਗੱਲ ਪਰ ਅਪਵਾਦ, ਅਸਲ 'ਚ ਕਈ ਵਾਰੀ ਬਗਾਨੇ ਦੀ ਲੜਾਈ ਅਸੀਂ ਆਪਣੇ ਗਲ ਪਾ ਲੈਂਦੇ, ਜਿਹਦਾ ਸਾਡੇ ਨਾਲ ਕੋਈ ਤਲੋਕਾਤ ਨਹੀਂ। ਪੰਜਾਬ 'ਚ ਬੈਠਾ ਕੋਈ ਨਜ਼ਾਰੇ ਲੁੱਟ ਰਿਹਾ, ਤੇ ਅਸੀਂ ਇੱਥੇ ਬੈਠੇ ਇੱਕ ਦੂਜੇ ਸਿੰਘ ਵਸਾਈ ਬੈਠੇ। ਪਰਾਇਆਵਾਦ ਹੀ ਹੈ ਨਾ। ਆਓ ਸਾਧ ਸੰਗਤ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕੈਲੀਫੋਰਨੀਆ ਦੇ ਇਸ ਇਲਾਕੇ ਵਿੱਚ ਤਕਰੀਬਨ 3 ਕੁ ਸਾਲ ਤੋਂ ਚੱਲ ਰਹੀ ਹੈ। ਯਤਨ ਮੇਰਾ ਹੁੰਦਾ ਹੈ ਵੀ ਸ਼ਬਦ ਪੂਰਾ ਕਰਦੇ ਹਾਂ, ਪਰ ਸੱਚ ਇਹ ਜੇ ਗੁਰੂ ਦਾ ਇੱਕ ਇੱਕ ਸ਼ਬਦ ਇੰਨੇ ਖਜ਼ਾਨੇ ਨਾਲ ਭਰਪੂਰ ਹੈ, ਇੱਕ ਅੱਖਰ ਤੇ ਸਾਰੀ ਜ਼ਿੰਦਗੀ ਲੰਘ ਜਾਏ ਤੇ ਉਹਦੀ ਸਮਝ ਵੀ ਨਹੀਂ ਪੈਂਦੀ। ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਬੈਠੇ ਹੋ, ਸੋਰਠ ਰਾਗ ਦਾ ਇਹ ਸ਼ਬਦ ਹੈ। ਇਸ ਅੰਮ੍ਰਿਤ ਬਚਨ ਵਿੱਚ
ਪਹਿਲੀ ਗੱਲ ਅੱਜ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਹੀ ਹੈ ਕਿ ਮਨਾ ਪਰਮਾਤਮਾ ਤੋਂ ਵੱਡੀ ਕੋਈ ਤਾਕਤ ਨਹੀਂ, ਨਾ ਕੋਈ ਸਵਰਗ ਦੀਆਂ ਤਾਕਤਾਂ, ਨਾ ਦੇਵਤਿਆਂ ਦੀਆਂ ਤਾਕਤਾਂ, ਸਾਰੀਆਂ ਰਹਿਮਤਾਂ ਉਹਦੇ ਵਿੱਚ ਨੇ। ਇਸ ਪਵਿੱਤਰ ਬਚਨ ਦੀਆਂ ਜਿਤਨੀਆਂ ਤੁਕਾਂ ਦੀ ਵਿਚਾਰ ਹੋ ਸਕੀ ਆਪਾਂ ਯਤਨ ਕਰਾਂਗੇ। ਬਖਸ਼ੋ ਆਸੀਸ ਕੋਈ ਵੀ ਰਸਨਾ ਹਜ਼ੂਰ ਦੇ ਬਖਸ਼ੇ ਨਾਮ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਸਾਹਿਬ ਜੀ ਇਸ ਸ਼ਬਦ ਦੇ ਪਹਿਲੇ ਬਚਨ ਵਿੱਚ ਬਖਸ਼ਿਸ਼ ਕਰਦੇ ਨੇ, ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ। ਅਖਰੀ ਅਰਥ ਕਰ ਲਈਏ, ਇਹਦਾ ਮਤਲਬ ਆਪਾਂ ਵਿਚਾਰ ਕੀ ਰਹੇ ਖਾਂ। ਸਾਗਰ ਦਾ ਅਰਥ ਆਪ ਸਮਝਦੇ ਹੋ ਸਮੁੰਦਰ। ਕਹਿੰਦੇ ਨੇ ਮੇਰਾ ਪਰਿਪੂਰਨ ਪਰਮਾਤਮਾ ਉਹ ਸੁੱਖਾਂ ਦਾ ਸਮੁੰਦਰ ਹੈ, ਉਹਦੇ ਕੋਲ ਦੁੱਖ ਨਹੀਂ। ਅਗਲਾ ਬਚਨ ਸੁਰ ਤਰ, ਵੈਸੇ ਤਰੂ ਦਾ ਅਰਥ ਹੁੰਦਾ ਬ੍ਰਿਕਸ਼ ਰੁੱਖ, ਸੁਰ ਤਰ ਦਾ ਅਰਥ ਹੈ ਸਵਰਗ ਦੇ 5 ਰੁੱਖ, ਉਹਨਾਂ ਵਿੱਚ ਪਾਰਜਾਤ ਰੁੱਖ ਵੀ ਆਉਂਦਾ ਹੈ। ਨਾਲ ਬਚਨ ਕੀਤਾ ਚਿੰਤਾਮਨ, ਚਿੰਤਾਮਨ ਦਾ ਅਰਥ ਹੈ ਉਹ ਮਣੀ ਜਿਹਨੂੰ ਪ੍ਰਾਪਤ ਕਰਨ ਤੋਂ ਬਾਅਦ ਬੰਦੇ ਦੀ ਚਿੰਤਾ ਹੀ ਖਤਮ ਹੋ ਜਾਏ। ਸੁੱਖਾਂ ਦਾ ਸਮੁੰਦਰ ਹੈ। ਆ ਜਿਹੜੇ ਸਵਰਗ ਦੇ 5 ਰੁੱਖ ਨੇ, ਚਿੰਤਾਮਨ ਉਹ ਮਣੀ ਜਿਹੜੀ ਚਿੰਤਾ ਖਤਮ ਕਰੇ। ਕਾਮ ਧੇਨ, ਕਾਮ ਦਾ ਅਰਥ ਹੈ ਵਾਸ਼ਨਾ ਕਾਮਨਾਵਾਂ, ਤੇ ਧੇਨ ਦਾ ਅਰਥ ਹੈ ਗਾਂ। ਮਨ ਦੀਆਂ ਕਾਮਨਾ ਨੂੰ ਪੂਰੀਆਂ ਕਰਨ ਵਾਲੀ ਸਵਰਗ ਵਿੱਚ ਰਹਿਣ ਵਾਲੀ ਗਾਂ। ਇਹਨਾਂ ਸਭ ਦਾ ਜ਼ਿਕਰ ਕਰਕੇ ਕਿਹਾ, ਕਹਿਣ ਲੱਗੇ ਬਸ ਜਾ ਕੇ। ਬਸ ਦਾ ਅਰਥ ਹੈ ਅਧੀਨ, ਜਾ ਕੇ ਦਾ ਅਰਥ ਹੈ ਜਿਸ ਦੇ, ਕੇ ਦੇ ਅਰਥ ਆਪਾਂ ਦੇ ਕਰਾਂਗੇ। ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ। ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਬੰਦਿਆ, ਕੋਈ ਕਾਮ ਤੇ ਨੂੰ ਪੂਜਦਾ ਪਿਆ, ਕੋਈ ਬਾਹਰ ਪਾਰ ਜਾਤ ਦੀ ਪੂਜਾ ਕਰਦਾ ਪਿਆ, ਕੋਈ ਚਿੰਤਾਮਣੀ ਲੱਭਣ ਤੁਰਿਆ। ਕਹਿੰਦੇ ਤੂੰ ਇੱਕੋ ਕੰਮ ਕਿਉਂ ਨਹੀਂ ਕਰਦਾ, ਤੂੰ ਵਾਹਿਗੁਰੂ ਦਾ ਸਿਮਰਨ ਕਰ। ਚੇਤੇ ਰੱਖੀ ਜਿੱਥੇ ਪਰਮਾਤਮਾ ਆ ਗਿਆ ਉੱਤੇ ਸਾਰੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ। ਇਸ ਗੱਲ ਨੂੰ ਕਿਉਂਕਿ ਬਹੁਤ ਜ਼ਰੂਰੀ ਅੱਜ ਦੇ ਸੰਦਰਭ 'ਚ ਵਾਚਨ। ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ ਰੇ। 4 ਪਦਾਰਥ ਧਰਮ ਅਰਥ ਕਾਮ ਔਰ ਮੋਕਸ਼। ਅਸ਼ਟ ਦਸਾ ਸਿੱਧ, ਇਹ 2 ਸ਼ਬਦ ਨੇ। ਅਸ਼ਟ ਦਸਾ, ਅਸ਼ਟ ਦਾ ਅਰਥ ਹੈ 8 ਤੇ ਦਸਾ ਦਾ ਅਰਥ 10। 10 ਤੇ 8 18 ਸਿੱਧੀਆਂ। ਨਵ ਨਿਧ 9 ਨਿਧੀਆਂ। ਕਹਿਣ ਲੱਗੇ ਕਰ ਤਲ ਤਾਂ ਕੇ। ਕਰ ਦਾ ਅਰਥ ਇਤੇ ਖਤ, ਤਲ ਦਾ ਅਰਥ ਤਲੀ, ਤਾਂ ਕੇ ਦਾ ਅਰਥ ਉਸ ਦੇ। ਕਹਿੰਦੇ ਨੇ ਉਹ ਭਾਈ ਸਜਣਾ 4 ਪਦਾਰਥ 18 ਸਿੱਧੀਆਂ 9 ਨਿਧੀਆਂ, ਇਹ ਸਾਰੇ ਖਜ਼ਾਨੇ ਪਰਿਪੂਰਨ ਪਰਮਾਤਮਾ ਦੀ ਖਤ ਦੀ ਤਲੀ ਉੱਤੇ ਪਏ ਨੇ। ਇਹ ਉਸ ਕੁਲਕ ਹੈ। ਇਹ ਨੇ ਅੰਮ੍ਰਿਤ 2 ਤੁਕਾਂ। ਮੈਂ ਇੱਥੇ ਬੇਨਤੀ ਕਰਾਂਗਾ ਕਿ ਅਸੀਂ ਗ੍ਰਸਤੀ ਖਾਂ ਤੇ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਜੀਣ ਵਾਸਤੇ ਇਹਨੂੰ ਲੋੜ ਥੋੜ ਅਵਸ਼ ਰਹਿੰਦੀ ਹੈ। ਇਹ ਜਦੋਂ ਬੰਦੇ ਨੂੰ ਲੋੜ ਪੈਂਦੀ ਹੈ, ਇਹ ਫਿਰ ਚੁਗਿਰਦੇ ਝਾਤੀ ਮਾਰਦਾ ਹੈ। ਤੇ ਜੇ ਤਾਂ ਮਨ ਹੋਵੇ ਪਰਮਾਤਮਾ ਤੇ ਭਰੋਸਾ ਕਰਨ ਵਾਲਾ, ਫਿਰ ਉਹ ਖੱਬੇ ਸੱਜੇ ਨਹੀਂ ਵੇਖਦਾ, ਉਹਦੇ ਭਰੋਸੇ ਤੇ ਜਿੰਦਾ। ਤੇ ਜਿਸ ਮਨ ਨੂੰ ਪਰਮਾਤਮਾ ਤੇ ਭਰੋਸਾ ਨਹੀਂ, ਫਿਰ ਉਹ ਕਈ ਵਾਰੀ ਦੇਵੀ ਦੇਵਤਿਆਂ ਦੀ ਪੂਜਾ, ਰੁੱਖਾਂ ਦੀ ਪੂਜਾ, ਕਾਮ ਧੇਨ ਦੀ ਪੂਜਾ, ਕਈ ਵਾਰੀ ਉਹ ਹੋਰ ਤਰ੍ਹਾਂ ਦੀ ਕੀਰਤਨ ਪੂਜਾ ਵਿੱਚ ਪੈ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਭਲੇ ਲੋਕੋ, ਜਿਨ੍ਹਾਂ ਤੋਂ ਦਾਤਾਂ ਤੁਸੀਂ ਮੰਗਣਾ ਚਾਹੁੰਦੇ ਹੋ, ਇਹ ਸਾਰੇ ਤਾਂ ਪਰਮਾਤਮਾ ਦੇ ਅਧੀਨ ਨੇ। ਫਿਰ ਉਹਦਾ ਨਾਮ ਕਿਉਂ ਨਹੀਂ ਜਪਦੇ ਜਿਹਦੇ ਅਧੀਨ ਸਾਰੀਆਂ ਤਾਕਤਾਂ। ਇੱਕ ਬੇਨਤੀ ਤੇ ਸਮਝਣ ਵਾਸਤੇ, ਅਸੀਂ ਕਿਸੇ ਧਰਮ ਤੇ ਕਟਾਕਸ਼ ਕਰਨ ਲਈ ਨਹੀਂ, ਜੋ ਸਚਾਈ ਹੈ ਉਹਨੂੰ ਆਪਾਂ ਜ਼ਰੂਰ ਸਵੀਕਾਰੀਏ।
ਇੱਕ ਬੰਦਾ ਜਿਹਦੀ ਸਿੱਧੀ ਬਾਦਸ਼ਾਹ ਨਾਲ ਪਹਿਚਾਣ ਹੋਵੇ ਤੇ ਉਹ ਅੱਗੇ ਕਲਰਕਾਂ ਦੇ ਤਰਲੇ ਮਾਰਦਾ ਫਿਰੇ, ਸ਼ੋਭਾ ਤੇ ਨਹੀਂ ਨਾ। ਜਿਹਦੀ ਸਿੱਧੀ ਠਾਕੁਰ ਦੇ ਨਾਲ ਪਹੁੰਚ ਹੋਵੇ ਤੇ ਉਹ ਅੱਗੇ ਦਾਸਾਂ ਦੇ ਪੈਰ ਪਕੜਦਾ ਫਿਰਦਾ ਹੋਵੇ, ਇਹਦੇ ਵਿੱਚ ਸ਼ੋਭਾ ਨਹੀਂ। ਪਿਆਰਿਓ, ਪਰਿਪੂਰਨ ਪਰਮਾਤਮਾ ਪਾਤਸ਼ਾਹ ਹੈ। ਇਹ ਜਿੰਨੀਆਂ ਤਾਕਤਾਂ ਨੇ ਸੱਚ ਐਵੇਂ ਇਹ ਪਰਮਾਤਮਾ ਦੀਆਂ ਦਾਸੀਆਂ ਉਹਦੇ ਅਧੀਨ ਨੇ। ਜਿੱਥੇ ਪਰਮਾਤਮਾ ਦਾ ਨਾਮ ਆ ਜਾਏਗਾ ਇਹਨਾਂ ਤਾਕਤਾਂ ਨੇ ਆਪਣੇ ਆਪ ਹੀ ਝੁਕ ਜਾਣਾ, ਇਹਨਾਂ ਨੂੰ ਆਉਣਾ ਹੀ ਪਏਗਾ। ਜੇ ਸੂਰਜ ਚੜ੍ਹੇਗਾ ਤੇ ਇਹ ਕਹੀਏ ਵੀ ਧੁੱਪ ਨਹੀਂ ਆਏਗੀ, ਵਕਤੀ ਬੱਦਲ ਜ਼ਰੂਰ ਰੋਕ ਸਕਦਾ ਹੈ ਪਰ ਧੁੱਪ ਅਵਸ਼ ਆਏਗੀ, ਕਿਉਂਕਿ ਜਿੱਥੇ ਸੂਰਜ ਹੈ ਉੱਥੇ ਧੁੱਪ ਹੈ। ਪਿਆਰਿਓ, ਜਿੱਥੇ ਪਰਮਾਤਮਾ ਹੈ ਉੱਥੇ ਸੁੱਖ ਵੀ ਉਹਦੇ ਪਹੁੰਚਦੇ। ਆਓ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਸਭ ਦਾ ਦਾਤਾ, ਰਿਜ਼ਕ ਦਾਤਾ, ਹਰ ਚੀਜ਼ ਦੇਣ ਵਾਲਾ ਕੇਵਲ ਪਰਮਾਤਮਾ ਹੈ। ਉਹਦਾ ਇੱਕ ਕਾਰਨ ਹੈ ਕਿ ਹਿੰਦੂਇਜ਼ਮ ਦੇ ਅੰਦਰ ਉਸ ਪਰਮ ਸ਼ਕਤੀ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ। ਇਉਂ ਕਹਿ ਲਓ ਉਹਦੀ ਗੱਲ ਘੱਟ ਕੀਤੀ ਗਈ। 3 ਹਿੱਸਿਆਂ ਵਿੱਚ ਵੰਡ ਕੇ ਗਿਆ ਕਿ ਇਸ ਸਾਰੀ ਧਰਤੀ ਦਾ ਪੈਦਾਇਸ਼ ਕਰਤਾ ਸਿਰਫ ਇੱਕ ਬ੍ਰਹਮਾ ਜੀ ਹੈ। ਕਿਉਂ? ਭਗਤਾਂ ਨੇ, ਮਹਾਂਪੁਰਖਾਂ ਨੇ ਬਚਨ ਕਹੇ, ਭਾਈ ਕਿਸੇ ਹੋਰ ਦੇ ਹੱਥ 'ਚ ਨਹੀਂ, ਕੇਵਲ ਪਰਮਾਤਮਾ ਦੇ ਹੱਥ 'ਚ। ਕਹਿੰਦੇ ਸਭ ਦੀ ਪੈਦਾਇਸ਼ ਕਰਨ ਵਾਲਾ ਇੱਕ ਬ੍ਰਹਮਾ ਜੀ, ਤੇ ਪੈਦਾ ਕੀਤੇ ਹੋਏ ਜੀਵਾਂ ਨੂੰ ਰਿਜ਼ਕ ਦੇਣ ਵਾਲੇ ਵਿਸ਼ਨੂੰ ਜੀ, ਤੇ ਜੀਵਾਂ ਦਾ ਸੰਘਾਰ ਲੇਖਾ ਕਰਨ ਵਾਲੇ ਸ਼ਿਵ ਜੀ। ਇਹ 3 ਦੇਵਤੇ ਬਣਾ ਦਿੱਤੇ। ਪਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ, ਉਹ ਕਹਿੰਦੇ ਨਹੀਂ, ਅਸਲ 'ਚ ਜਿਨ੍ਹਾਂ ਤਿੰਨਾਂ ਦਾ ਤੂੰ ਜ਼ਿਕਰ ਕਰ ਰਿਹਾ ਹੈ ਇਹ ਤਿੰਨੇ ਵੀ ਤਾਂ ਉਹਦੇ ਅਧੀਨ ਨੇ, ਤੇ ਫਿਰ ਇਹਨਾਂ ਕੋਲ ਮੰਗਣ ਦੀ ਥਾਂ ਤੂੰ ਉਹਦੇ ਕੋਲੋਂ ਕਿਉਂ ਨਹੀਂ ਮੰਗਦਾ ਜਿਹੜੇ ਉਹਦੇ ਦਰ ਤੇ ਝੁਕੇ ਹੋਏ। ਅੱਜ ਤੱਕ ਸਤਿਗੁਰੂ ਨੇ ਸਿੱਖੀ ਤੇ ਕਿਰਪਾ ਕੀਤੀ। ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ, ਮਹਾਰਾਜ ਕਿ ਬਾਕੀ ਜਿਹੜੇ ਮਤ ਨੇ ਉਹ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ, ਆਪਾਂ ਸਿੱਖੀ ਦੀ ਗੱਲ ਕਰਨੇ ਆ, ਕੋਈ ਸਾਨੂੰ ਵੀ ਕਹਿ ਸਕਦਾ। ਉੱਥੇ ਹਜ਼ੂਰ ਨੇ ਬਹੁਤ ਸੋਹਣਾ ਉਦਾਹਰਨ ਦਿੱਤਾ ਸੀ। ਕਹਿੰਦੇ ਨੇ ਇੱਕ ਬ੍ਰਿਕਸ਼, ਇੱਕ ਰੁੱਖ ਦੇ ਸਿਖਰ ਉੱਪਰ ਫਲ ਲੱਗੇ, ਰਸ ਨਾਲ ਭਰਿਆ ਹੋਇਆ ਫਲ ਹੈ। ਇੱਕ ਕੀੜੀ ਦੀ ਇੱਛਾ ਵੀ ਹੈ ਮੈਂ ਮਿੱਠੇ ਤੱਕ ਪਹੁੰਚਾਂ, ਤੇ ਇੱਕ ਪੰਛੀ ਦੀ ਇੱਛਾ ਵੀ ਹੈ ਮੈਂ ਮਿੱਠੇ ਤੱਕ ਪਹੁੰਚਾਂ। ਦੋਨੋਂ ਉਸ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਨੇ, ਪਰ ਕੀੜੀ ਵਿਚਾਰੀ ਨਿਰਬਲ ਹੈ, ਉਹਨੂੰ ਕਦੀ ਤਣੇ ਦਾ ਸਹਾਰਾ ਲੈਣਾ ਪੈਣਾ, ਕਦੀ ਟਾਹਣੀਆਂ ਤੇ ਪੱਤਿਆਂ ਤੱਕ ਪਹੁੰਚਣਾ ਪੈਣਾ। ਪਰ ਪੰਛੀ ਨੂੰ ਕਿਸੇ ਤਣੇ ਦੇ ਸਹਾਰੇ ਦੀ ਲੋੜ ਨਹੀਂ, ਸਿੱਧਾ ਉੱਡੇ ਤੇ ਉਸ ਫਲ ਉੱਤੇ ਜਾ ਕੇ ਬੈਠ ਜਾਂਦਾ ਹੈ। ਕਹਿਣ ਲੱਗੇ ਸਿੱਖ ਨੂੰ ਪੰਛੀ ਦੀ ਤਰ੍ਹਾਂ ਬਣਾ ਦਿੱਤਾ, ਇਹਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ, ਇਹਦਾ ਸਿੱਧਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਨਾਲ ਹੈ। ਕੀੜੀ ਦੇ ਡਿੱਗਣ ਦਾ ਖਤਰਾ ਹੈ, ਪੰਛੀ ਤਾਂ ਸਿੱਧਾ ਗਿਆ ਉਹਦੇ ਤੇ। ਇਹ ਹਜ਼ੂਰ ਦਾ ਬਚਨ ਅਸੀਂ ਰੋਜ਼ ਪੜ੍ਹਨੇ ਖਾਂ ਕਿ ਏਕਾ ਮਾਈ ਜੁਗਤ ਵਿਆਹੀ। ਪਹਿਲੀਆਂ 2 ਤੁਕਾਂ ਸਿਰਫ ਅਸੀਂ ਵਿਆਖਿਆ ਕਰਾਂਗੇ ਜੀ। ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਬ੍ਰਹਮਾ ਜੀ, ਇੱਕ ਭੰਡਾਰੀ ਵਿਸ਼ਨੂੰ ਜੀ, ਇੱਕ ਲਾਏ ਦੀਵਾਨ, ਇੱਕ ਦਰਬਾਰ ਲਿਆ ਕੇ ਲੈ ਕਰਨ ਦੀ ਤਾਕਤ ਰੱਖਦੇ ਨੇ। ਪਰ ਸਤਿਗੁਰੂ ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ, ਦੇਣ ਵਾਲਾ ਵੇਖਦਾ ਪਰ ਸਾਨੂੰ ਨਜ਼ਰ ਨਹੀਂ ਆਉਂਦਾ ਪਿਆ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼, ਜਿਹਦੇ ਅਧੀਨ ਸਭ ਕੁਝ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਇੱਕੋ ਵੇਸ। ਜਿਹੜਾ ਹਰ ਯੁੱਗ ਵਿੱਚ ਇੱਕ ਜੈਸਾ ਹੀ ਹੈ, ਉਹਨੂੰ ਕਿਸੇ ਯੁੱਗ ਵਿੱਚ ਕਮਜ਼ੋਰੀ ਨਹੀਂ। ਇਸ ਤੋਂ ਅਗਲੀ ਬੇਨਤੀ, ਇੱਕ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਵਾਰ ਵਿੱਚ ਪੌੜੀ ਹੈ। ਉਸ ਪੌੜੀ ਨੂੰ ਜਦੋਂ ਪੜ੍ਹਨੇ ਆ ਤੇ ਮੇਰਾ ਖਿਆਲ ਹੈ ਕੋਈ ਚੀਜ਼ ਐਸੀ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਮਿਲਦੀ ਨਹੀਂ, ਜਿਹੜੀ ਪਰਮਾਤਮਾ ਦੇ ਘਰ ਚੋਂ ਨਹੀਂ ਲੱਭਦੀ ਪਈ। ਉਹਨਾਂ ਦਾ ਪਵਿੱਤਰ ਇੱਕ ਬਚਨ ਹੈ ਤੇ ਬੜੇ ਸੌਖੇ ਜਿਹੇ ਸ਼ਬਦ ਨੇ। ਇਹ ਤਾਂ ਸ਼ੁਰੂ ਕੀਤਾ ਭਾਈ ਕਿ ਮਨ ਨੂੰ ਜਿਸ ਚੀਜ਼ ਦੀ ਲੋੜ ਪਏ ਤੂੰ ਆਪਣੇ ਗੁਰੂ ਕੋਲ ਝੋਲੀ ਅੱਡ ਕੇ ਮੰਗ, ਖੱਬੇ ਸੱਜੇ ਝਾਕੇਗਾ, ਚੇਤੇ ਰੱਖੀ ਠਾਕੁਰ ਨੂੰ ਛੱਡ ਕੇ ਦਾਸੀ ਨੂੰ ਪੂਜੇਗਾ, ਇੱਥੇ ਵੀ ਲੱਜਿਆ ਤੇ ਉੱਥੇ ਵੀ ਲੱਜਿਆ ਹੋਵੇਗੀ। ਭਾਈ ਸਾਹਿਬ ਦਾ ਬਚਨ ਹੈ, ਇਹ ਪੌੜੀ ਹੈ ਕਿ ਸਤਿਗੁਰ ਪੂਰਾ ਸ਼ਾਹ ਹੈ, ਤਰਭਵਨ ਜਗ ਤਿਸ ਦਾ ਵਣਜਾਰਾ। ਬੜੇ ਆਨੰਦ ਆਏਗਾ ਇਸ ਬਚਨ ਨੂੰ ਪੜ੍ਹ ਕੇ।
कि मेरा गुरु नानक साहब मेरा समर्थ मुरशद पूरा शाह है, अधूरा शाह नहीं। अधूरे शाह का मतलब है कि जिहड़ा अपने घर की थां ਉਹਦੇ ਕੋਲ ਖੋਵੇ ਕੁਛ ਨਾ, ਲੋਕਾਂ ਨੂੰ ਭਰੋਸੇ ਨਾਲ ਨੇੜੇ ਲਿਆਵੇ, ਪਰ ਜੋ ਕੁਝ ਲੋਕ ਮੰਗਣ ਉਹਦੇ ਘਰ ਨਾ ਹੋਵੇ। ਮੇਰਾ ਗੁਰੂ ਪੂਰਾ ਸ਼ਾਖ ਹੈ। ਤੇ ਅਗਲਾ ਬਚਨ ਕਿਹਾ, ਕਹਿਣ ਲੱਗੇ ਇੱਕ ਲੋਕ ਨਹੀਂ, ਦੋ ਨਹੀਂ, ਤਿੰਨਾਂ ਭਵਨਾਂ ਦੇ ਲੋਕ ਉਹਦੇ ਦਰ ਤੇ ਵਪਾਰੀ ਬਣ ਕੇ ਆਉਂਦੇ ਨੇ। ਸ਼ਾਹ ਵਿੱਚ ਤੇ ਵਣਜਾਰੇ ਵਿੱਚ ਥੋੜਾ ਜਿਹਾ ਅੰਤਰ ਹੈ। ਵਣਜਾਰਾ ਹੈ ਜਿਹੜਾ ਉਹ ਸ਼ਾਹ ਕੋਲੋਂ ਪੂੰਜੀ ਲੈ ਕੇ ਤੁਰ ਫਿਰ ਕੇ ਵੇਚਦਾ ਹੈ। ਤੇ याद रखियो शाह कोल अपनी कमाई बड़ी है। गुरु शाह है ते जितने लोग ने ओदे दर दे व्यापारी ने। ते जदों वणजारे नूं लोड़ पैंदी है वो शाह दे दर ते आके झोली अड़दा है। फिर बेनती है व्यापारी चल फिर के करदा है। सतगुरु पूरा शाह है। त्रिभवन जग तिस दा वणजारा, रतन पदार्थ बेशुमार। कहन लगे उस मालक दे दर ते रत्ना पदार्थां दी कमी नहीं। रतन पदार्थ बेशुमार, भाओ भगत लख भरे भंडारा। प्रेमा भगती दे उहदे भंडारे भरे पे। पार जात लख बाग विच काम धेन दे वाघ हजारा। हुण एक काम धेन पूजदे ने, मैं विचों विचों सतरा लवांगा। कहन लगे ओहदे दर दे अंदर मान लो पार जात रुखां दी कमी कोई नहीं। काम धेना गावां दे तां वग तुरे फिरदे। पार जात लख बाग विच काम धेन दे वग हजारा। ਉਹਦਾ ਅਗਲਾ ਬਚਨ ਕੀਤਾ ਕਿ ਰਤਨ ਪਦਾਰਥ ਬੇਸ਼ੁਮਾਰ, ਰਤਨਾ ਪਦਾਰਥਾਂ ਦੀ ਕਮੀ ਕੋਈ ਨਹੀਂ। ਪਾਰਸ ਦੇ ਪਰਬਤ ਅਪਾਰਾ, ਉਹਦੇ ਘਰ ਵਿੱਚ ਤਾਂ ਪਾਰਸ ਦੇ ਪਹਾੜ ਨੇ। ਲੱਖ ਅੰਮ੍ਰਿਤ ਲਖ ਇੰਦਰ ਲੈ, ਹੋਏ ਸਕੇ ਛਿੜਕਨ ਦਰਬਾਰਾ। ਸੂਰਜ ਚੰਦ ਚਿਰਾਗ ਲਖ, ਰਿੱਧ ਸਿੱਧ ਨਿਧ ਬੋਲ ਅੰਬਾਰਾ। ਸਭੇ ਵੰਡ ਵੰਡ ਦਿੱਤੀਓਂ, ਭਾਉ ਭਗਤ ਕਰ ਸੱਚ ਪਿਆਰਾ। भगत वछल सतगुरु निरंकारा। सतगुरु निरंकार विच अभेद है। ये सारियां दातां गुरु कोल ने, पर अपने कब्जे च नहीं। केवल जिहड़ा प्रेमी प्रेमा भगती करदा उहनूं ये दात मिल जाती है। मैं एक बेनती करा, बड़ी सोहनी उदाहरण महापुरख दिंदे सन। अक्सर इहदा जिक्र बड़ी वारी आपने विचारकां तो सुनिया होना। देखो मैं फिर बेनती करा कि असी गृहस्थी खां, सानू हर बंदे नूं सब तो वड्डी जिहड़ी टेक है वो अरदास है। ते हर वार मैं बेनती करना हुन्ना कि अरदास दा पल्लू कदे ना छड्डो। हर सिख अमृत वेले भी, शाम नूं भी ते रात नूं लेटन लग्या भावें संखेप जी अरदास करनी कदी ना भुल्लो। जे सानू किसी चीज़ की लोड़ है, अपनी बिरथा अपने गुरु कोल जाके कहिए। इस दे घर अंदर केवल धन पदार्थ ही नहीं, इस घर अंदर परमात्मा की बंदगी दे भी भंडारे भरे पे। सतगुरु गुरु अमरदास महाराज, उन्हां दे जीवन च घटना आउंदी है। जिवें इत्थे लिखिਆ भी आ रिधियां सिद्धियां सब कुछ ओदी तली ते ने। ते भट्टां दे सवैयां विच एक बचन है, कहंदे धन गुरु अमरदास महाराज, उन्हां दे सज्जे खत दे अंदर पद्म है। देखो ये बाणी ने मन्निया। तो कई बारी जदों इहदी कथा करी दी है तो अजकल दे तार्किक ये शब्द कहते जे दी ज्योतिष की गल हो गई जी। हुण जदों गुरु ग्रंथ साहिब पढ़ी ही कोई नहीं, पाठ ही कोई नहीं कीता, ते तुकां ओनियां कोई इकट्ठियां कीतियां ने, बेइज्जती किसी की किवें करनी है। चेते रखियो है सच दी बाणी। जिस सच दे शब्द नूं भी ईरखा अधीन वरतांगे साडे अंदर दा भला नहीं हो सकेगा। हुण असीं कई वारी कहने जी ये किवें हो सकदा। हजूर ने बाणी च कहा, भट्ट साहिबान ने कहते ने सज्जे हत्थ विच पद्म है, खब्बे हत्थ विच उन्हां दे रिधियां ने। ते सतगुरु दे सन्मुख सिद्धियां खलो के मूँह देखदियां ने कि हे अमरदास गुरु, साडी खातर लोग इन्नियां समाधियां लांदे ने, असीं तेरे दर ते खलोतियां हां, सानू एक वारी हुक्म करो तुहाडी सेवा की करिए। हुण जे सतगुरु ये शब्द कह रहे ने ते सानू इस गुरु ते भरोसा। हजूर दा बचन कहे कि बारज कर दाहन है। बारज दा अर्थ वैसे हुंदा कमल दा फुल, पदम। दाहने दा अर्थ सज्जा हथ। उन्हां दे सज्जे हथ अंदर कमल दा फुल पदम है। बारज कर दाहन है, सिद्ध सन्मुख मुख जोवै। जोवै दा अर्थ देखना। सिद्धियां सामने महाराज जी दा मुख देखदियां ने। जिवें मान लो एक नौकर
मालक दे दरवाजे ते खलोता है, सिर्फ इस चीज़ की इंतज़ार करे कि मालक हुण बोले तो मैं फटाफट हुक्म नूं मन्ना। कहन लगे सिद्धियां ते गुरु अमरदास दा मूँह देखदियां पईआं, तुसी बोलो तां सही। हजूर कह रहे ने बारज कर दान है सिद्ध सन्मुख मुख जोव है, रिद बसै बावांग। बावांग दा अर्थ हुंदा खब्बा। जो तीन लोक अंतर मोह है, जिन्हां तिन्नां लोकां नूं मोया ਉਹ ਤਾਕਤਾਂ ਬਾਪੂ ਅਮਰਦਾਸ ਦੇ ਚਰਨਾਂ 'ਚ ਖਲੋਤੀਆਂ। ਤੇ ਜਦੋਂ ਗੁਰੂ ਅਮਰਦਾਸ ਜੀ ਨੂੰ ਪੁੱਛੀਏ, ਕਹਿੰਦੇ ਨੇ ਹਾਂ ਭਾਈ ਸੱਜਣਾ, ਜਦੋਂ ਕੋਈ ਬ੍ਰਹਮ ਨਾਲ ਪਹਿਚਾਣ ਬਣਾ ਲੈ, ਇਹ ਤਾਕਤਾਂ ਤਾਂ ਉਹਦੇ ਪਿੱਛੇ ਤੁਰਦੀਆਂ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹਦੇ ਹਿਰਦੇ 'ਚ ਪਰਮਾਤਮਾ ਦਾ ਨਾਮ। ਇੱਕ ਛੋਟੀ ਜੀ ਉਦਾਹਰਨ ਮੈਂ ਇੱਥੇ ਦੇਣੀ ਚਾਹਾਂਗਾ, क्योंकि जिस दे अधीन सब कुछ है, मना ओदे ते भरोसा कर। गुरु अमरदास महाराज जी दे दर ते ना एक पंडित का जिक्र हुंदा, दुर्गो। महिमा प्रकाश इहदे पिंड का नाम मिठड़ा लिखिया है, वैसे मेड़े पिंड का है। ये हजूर दे पवित्र चक्कर चिन्हां नूं इहने पहचान लिया सी। विद्या सी उहदे कोल, ज़्यादा साखी का विस्तार नहीं। उन्हें वेखण तो बाद कहा सी, कहंदा महाराज मेरी विद्या मुताबक आने वाले समय च एक बहुत वड्डे महापुरख होवोगे। जे ये नहीं होवोगे तो चक्रवर्ती सम्राट बनोगे, तुसी राजियां दे महाराजे बनोगे, पातशाह बनोगे। हजूर मुस्करा पे कहन लगे तेरे ख्याल ने मैं तो गंगा इशनान करके आना, पर वाहिगुरू ने इन्ना तरस किया। जिस दिन गुरु नानक साहब दे चवर छत्र तख्त दे मालक बने तो महाराज एक बार फिर तीर्थां ते गए। याद रखियो पहला इशनान अपनी मुक्ति लई, हुण तीर्थां दी मुक्ति वास्ते महाराज गए। शब्द सुनियो, गुरु रामदास जी का कदी वो मौका मिलिया शब्द पढ़ांगे। जिधर गुरु अमरदास गए चुंगी लाण वाले जिहड़े बैठे सन वो भी डब्बे चुक के भज गए, क्योंकि जिधर गुरु अमरदास कहते जाते हैं उधर सारियां दे टैक्स भी खत्म हो जाते। तो गुरु रामदास बचन करते हैं कि जिधर वो जान उधर चुंगी लाण वाले चले जाते हैं, टैक्स लाण वाले जगाती चले जाते हैं। जगाती का अर्थ वैसे होंदा टैक्स लाण वाला, पर कहते हैं जिहड़ा गुरु अमरदास के चरनां पिछे तुरे उन्होंने जम टैक्स लाण वाला भी छड्ड के चला जाता है। वो तूर ਉਹਦੇ ਵਿੱਚ ਇੱਕ ਬਚਨ है, तीर्थ उद्यम सतगुर कीया सब लोक उदरण अर्थ। कि गुरु अमरदास जी ने लोकां दी भलाई लई तीर्थ ते गए। हुण पंडित मेड़े पिंड च महाराज पहुंचे, वो मिल गया जी। उन्हें हजूर सच्चे पातशाह जी नूं पहचान लिया। संगत बहुत सी, उन्हें देखा भी एडा वड्डा इकट्ठ आया नेड़े पहचान गया। तो हुण मिलिया नूं 14 साल हो चुके सन, क्योंकि महाराज 12 साल की घालना भी घाली। हुण उन्हें पहचान के क्या महाराज जी कोल कि सतगुरु महाराज मैनू पहचानते हो? हजूर कहते ने कल्ले पहचानते नहीं, तेरे नाल वादा किया है, तेनू क्या सी जदों तू चक्कर चिन्ह देख के क्या सी कुछ देंगे, तू क्या उस दिन लांगे जिदन मुकाम ते पहुँचोगे। हुण दस, पहला उस दिन साडे कोल कल्ले रुपये वाली पोटली सी, साडे कोल सिर्फ थैली विच पैसे सन। अज गुरु नानक ने अपनी खट्ठी की कुंजी भी सानू दिती। उदों सिर्फ इस लोक दा धन सी, अज साडे कोल लोक ते परलोक भी चलण वाला नाम धन है। उदों सिर्फ पैसे दे सकदे सां, अज जे पैसे कहें ते पैसे भी दियांगा, ते जे तेनू नाम चाहिदा ते पैसे छड़ तू नाम ले लै। हुण उहने कीर्तन सुनिया, हजूर दे दर्शन किते, अंदर दी सोझी हो गई। महाराज आवाज़ दे के कहने 10 नाम चाहिदा है कि धन चाहिदा है। वो खामोश हो गया। जदों हजूर ने दूसरी तीसरी बार बुलाया, उठ के कहंदा महाराज मैं दुविधा च पै गया। सतगुरु कहने दुविधा कास दी? कहंदा जे मैं तुहाडे तो मंगना नाम ते इत्थे होई गरीबी, सच एवे धन तो बिना लोक नहीं जीण देंदे। जे धन ज्यादा हो गया नाम ना होया ते नाम तो बिना जम नहीं खैड़ा नहीं छड़ना। मैनू समझ नहीं पैंदी हुण मंगा कि जे मैं लोक मंगना ते साईं दे घर दी थां जांदी है,
जे साईं मंगना तो इत्थे लोग मजाक उड़ाते ने पैसे तो बिना, मैनूं समझ नहीं पैंदी मैं की मंगा। उत्थे गुरु अमरदास जी ने एक बचन किया, ये पल्ले बलन वाला है। कहन लगे दुर्गो गुरु नानक दे घर विच दोवें दातां मिलदियां ने। कल भी असीं पिछे अर्ज कर रहे स, किरत भी मिलदी है, इत्थे कीर्ति भी मिलदी है, इत्थे धन भी मिलदा है, इत्थे धर्म भी मिलदा है। प्यारिओ इत्थे माया दे भंडारे भी मिलदे ने ते गुरु दी माया भी मिलदी है, किरपा भी मिलदी है। कहन लगे तू घबरा ना, तेनू दोनों चीज़ां देंगे। कवि संतोख सिंह ने सतरां लिखियां ने, पंडित कह रहा नाम दें धन दे ना जन को। अर्थ बड़े सौखे ने, जे तुसी नाम दे दिओ ते मैनू धन ना दिता, धन बिखीन जन जग ना सुहाए। धन तो बिना मालका लोग किहड़े जानते नहीं। सच ए वे गुरमुखो, सक्के भरा होण, एक मां दा दुध पीता होवे। मैं कई बारी सोचना वाह माया इन्ना वड्डा पाड़ पा दिता, गरीब विचारा सारी जिंदगी अमीर भरा दे तरले ही मारी जाता ते वह मनन नूं तैयार नहीं हुंदा मेरा भरा है। सच्ची गल है, तकड़े बंदियां नाल हथ मिलावेगा पर मां जाए भरा नूं भी बंदा गरीबी करके भरा नहीं जे जानता। ये सतगुरु ने कहा निर्धन आदर कोई ना दे। ਉਹਦੇ ਵਿੱਚ एक बचन आउंदा, निर्धन सरदन दोनों भाई, सक्के भरा ने प्रभ प्रभ की कला ना मेटी जाए। वो कहता नाम देहें सतगुरु, धन देह ना जन को, धन बिखीन जन जग ना सुहाए। जो धन देवै नाम ना देवै, नाम बिना जन जमपुर जाए। जे मालका नाम ना दिता, इत्थे सब कुछ कमा लिया पर नाम तो बिना उत्थे कोई नहीं ढोई मिलनी। ते गुरमुखो सच जे, उत्थे कल भी मडेरे बेनती की सी, इत्थे जो कुछ मर्जी इकट्ठा कर लो मेरे समेत, कला मैं आप जिन्हों नहीं कह रहा, अगे वास्ते आपां की कीता है। तीन चीज़ां बंदा चाहता है, तकरीबन अंदर दी भुख है, किते भी चले जाओ। पहली गल बंदा चाहता मैनू मौत ना छेती आवे, मैं मरा ना, किसी का चित्त नहीं करता मरन। दूजी गल वो चाहता है कि मेरे कोल चार पैसे खोण, धन होवे। जदों बंदे कोल पैसा हुंदा ते तीजी भुख ये पैदा हुंदी है कि पैसा तेरे कोल है, जे चार बंदियां नूं पता न लगा ते तेरे पैसे का लाभ की है। ये भी एक भुख है कि लोग मैनू जानन। ते कला यही नहीं, खिमा करियो, बंदा रब दे दर ते आके भी यही यतन करता है कि जे मैं दान पुन भी किया ते जे कला ही गोलक सिजदा पा दिता, खैण भागां वाले जिहड़े इन्नी सेवा करते, जे कला ही पा दिता की फायदा। ते जिन्नी संगत आउंदी, जे इहनूं ना पता लगा मैं इन्ने लखां डॉलर इन्ने लखां रुपया दिता है, तो फिर मेरे देन का लाभ की होवेगा। क्योंकि उस हौमे च रस बड़ा है, बड़ा स्वाद जे उहदे च। वैसे तो बाबा जी ने कहा कि दे दे मंगै आशा की वार। बंदा ये नहीं कला दिंदा, मंग भी लैंदा है। एक गुणा मंगदा है, एक गुणा दिंदा है, 1000 गुणा मंगदा है। तो फिर कहंदा चार बंदियां नूं दसो मैं कुछ कीता है। दे दे मंगै सहसा गुणा, शोभ करें संसार, लोक मेरी शोभा कर। मैं बेनती करा, देखो ये भुख हुंदी मैनूं लोक जानन। तो मैं एक गल बड़ी स्पष्ट कहा, जदों नहीं जानदा कोई उदों स्वाद बड़ा जे। सच्ची गल दे जदों लोक जानन लग पैण, हर थां ते कंडे खिलरे हुंदे ने। आ रौले रूले च निकल जाते सा, बड़ी वधिया गल सी, भीड़ च आउणा तुर जाण। जदों बंदा मशहूर हो जाता, मशहूर बंदे वास्ते रोटी खानी मुश्किल हो जाती है। मैं तो कई बार हसना हुन्ना, अपने हल वेख के अपनी लै लैन भी, तुसी ना पढ़ाई की, डिग्रियां कीतियां, इंजीनियर बने, डॉक्टर बने, एक दिन इंटरव्यू हुई, नाल नाल तुहाडा तजर्बा चली जाता है कि नहीं। जिथे गए वो पेपर बोलते। सच्ची गल जे साडी रोज़ इंटरव्यू हुंदी है, सारे सानू देखते हैं। बहुत अज प्रचारक की जिंदगी बड़ी बेभरोस भी हो गई, क्योंकि मीडिया ने, नैट ने, फेसबुक ने जो किसी के मूँह च आया, जो किसी के अंदर आया चिक्कड़ सट्टी गए। मैं भी कोई सोचना कि ये लाइन च हुण प्रचारक का चलना कंडियां की सेज बन चुका है। जे उन्हें अंदरों चलना है भावना नाल, ते जे पिछलग बनना फिर कोई नहीं, जिथे गया चलो वो जे पासा पलट दिता। मैं बेनती करांगा कि देखो ये भी एक भुख हुंदी है, लोग मैनू जानन। भाई साहब ने बड़े सोहने गल कहे, वो तुसीं पढ़दे हो, मेरे छिपे रहण दी चाह ते शुभ तुर जाण दी पूरी हुंदी ना मैं तरले लै रिहा।
ਹਜ਼ੂਰ ਕਹਿੰਦੇ ਤਿੰਨ ਚੀਜ਼ਾਂ, ਇੱਕ ਮੌਤ ਨਾ ਆਵੇ, ਦੂਜਾ ਮੇਰੇ ਕੋਲ ਧਨ ਹੋਵੇ, ਤੀਜਾ ਮੈਨੂੰ ਲੋਕ ਜਾਣਨ। ਸਤਿਗੁਰੂ ਕਹਿੰਦੇ ਤਿੰਨੇ ਵੀ ਮਿਲ ਜਾਣ, ਜੇ ਪਿਆਰਿਆ ਨਾਮ ਨਾ ਮਿਲਿਆ ਇਹਨਾਂ ਤਿੰਨਾਂ ਦੀ ਕੀਮਤ ਵੀ ਕੋਈ ਨਹੀਂ ਪੈਣੀ, ਕਿਉਂਕਿ ਨਾਮ ਸਭ ਤੋਂ ਉੱਚੇ। ਸਤਿਗੁਰੂ ਦੇ ਪਵਿੱਤਰ ਪੌੜੀ ਅਸੀਂ ਪੜ੍ਹਦੇ ਹਾਂ ਰੋਜ਼ ਕਿ ਜੇ ਜੁਗ ਚਾਰੇ ਆਰਜਾ, 4 ਜੁਗ ਉਮਰ ਹੋਰ ਦਸੂਣੀ ਖੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨੌ ਰਖਾਏ ਕੈ, ਕੋਈ ਆਪੋਜੀਸ਼ਨ ਕੋਈ ਵਿਰੋਧੀ ਨਾ ਹੋਵੇ। ਚੰਗਾ ਨੌ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਿ ਦੇਖੋ ਉਮਰ ਵੀ ਮਿਲ ਗਈ, ਧਨ ਵੀ ਮਿਲ ਗਿਆ, ਸ਼ਾਬਾਸ਼ੀ ਵੀ ਮਿਲ ਗਈ, ਪਰ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ ਕੀੜਿਆਂ ਵਿੱਚ ਨੀਵਾਂ, ਕੀੜਿਆਂ ਥਾਪਿਆ ਗਿਆ ਤੇ ਦੋਸ਼ ਇਹ ਲਾਇਆ ਤੂੰ ਸਭ ਕੁਝ ਲੈ ਲਿਆ ਪਰ ਵਾਹਿਗੁਰੂ ਨੂੰ ਚੇਤੇ ਨਾ ਕੀਤਾ, ਰੱਬ ਭੁੱਲਣ ਦਾ ਦੋਸ਼ ਲੱਗਾ। ਦੇਖੋ ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ। ਉਹ ਕਹਿੰਦਾ ਮਹਾਰਾਜ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਖੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੈ ਨਾਮ ਨਾ ਦੇਵੈ, ਨਾਮ ਬਿਨਾ ਜਨ ਜੰਪੁਰ ਜਾਏ। ਤੁਮ ਪੈ ਕਹੀ ਨਹੀਂ ਬਨਿਆਏ, ਜਿਉ ਭਾਵੈ ਤਿਉ ਬੰਤ ਬਣਾਏ। ਅੱਗੇ ਕਹਿੰਦੇ ਨੇ ਗੁਰੂ ਅਮਰਦਾਸ ਤੇਜੋ ਕੋ ਨੰਦਨ, ਤੇਜੋ ਬਾਬਾ ਤੇਜਭਾਨ ਜੀ, ਨੰਦਨ ਦਾ ਅਰਥ ਹੁੰਦਾ ਪੁੱਤਰ, ਕਿ ਗੁਰੂ ਅਮਰਦਾਸ ਬਾਬੇ ਤੇਜਭਾਨ ਦਾ ਪੁੱਤਰ, ਦੋਨੋਂ ਨਿਰਮਲ ਪੰਥ ਚਲਾਏ। ਦੋਵੇਂ ਦਾਤਾ ਇਸ ਦਰ ਤੋਂ। ਹੱਸ ਕੇ ਮਹਾਰਾਜ ਕਹਿੰਦੇ ਨੇ ਪੰਡਿਤ ਜੀ ਕੱਢ ਦਿਓ ਭੁਲੇਖਾ ਮਨ ਚੋਂ, ਇਸ ਘਰ ਚੋਂ ਧਾਰ ਚੀਜ਼ ਮਿਲੇਗੀ, ਜਬ ਲਗ ਜੀਵੋ ਧਨ ਬੋ ਪਾਵੋ। ਜਿੰਨੀ ਦੇਰ ਤੱਕ ਤੂੰ ਜਿਉਂਦਾ ਰਹੇਗਾ ਕਦੀ ਕਿਸੇ ਅੱਗੇ ਤਲੀ ਨਹੀਂ ਅੱਡੇਗਾ। ਤੇ ਇਹ ਗੱਲ ਯਾਦ ਰੱਖੋ, ਜਿਹੜਾ ਗੁਰੂ ਦਰ ਤੇ ਝੁਕ ਜਾਂਦਾ ਹੈ ਨਾ, ਉਹਨੂੰ ਮੁਥਾਜੀ ਵੀ ਨਹੀਂ ਕਰਨੀ ਪੈਂਦੀ ਕਿਸੇ ਦੀ। ਸੱਚੀ ਗੱਲ, ਦਸਵੰਧ ਕੱਢੇ, ਨਿਤਨੇਮੀ ਹੋਵੇ। ਮੇਰੀ ਬੇਨਤੀ ਹੈ, ਮੇਰਾ ਗੁਰੂ ਨਾਨਕ ਕਦੀ ਆਪਣੇ ਸਿੱਖ ਦੀ ਪਿੱਠ ਨਹੀਂ ਲੱਗਣ ਦਿੰਦਾ। ਪਿਆਰਿਓ, ਪਿੱਠ ਹੀ ਉਦੋਂ ਲੱਗਦੀ ਏ ਜਦੋਂ ਗੁਰੂ ਵੱਲ ਪਿੱਠ ਕਰ ਲੈਂਦੇ। ਸੂਰਜ ਵੱਲ ਮੂੰਹ ਕਰਕੇ ਤੁਰੋ, ਸਿਆਣੇ ਲੋਕ ਕਹਿੰਦੇ ਸਨ ਸੂਰਜ ਵੱਲ ਮੂੰਹ ਕਰਕੇ ਤੁਰੋ ਤੇ ਪਰਛਾਵਾਂ ਸਾਡੇ ਪੈਰਾਂ ਨੱਪਦਾ ਪਿੱਛੇ ਹੁੰਦਾ ਹੈ। ਜਦੋਂ ਸੂਰਜ ਵੱਲ ਮੂੰਹ ਕਰੀਏ, ਚਾਹੇ ਪੱਛਮ ਹੋਵੇ ਚਾਹੇ ਪੂਰਬ ਹੋਵੇ, ਮੂੰਹ ਸੂਰਜ ਵੱਲ ਕਰੋ ਤੇ ਪਰਛਾਵਾਂ ਪੈਰ ਪੈਰ ਤੇ ਪਿੱਛੇ ਖੜੇ ਹੀ ਨਹੀਂ ਛੱਡਦਾ। ਤੇ ਜਦੋਂ ਸੂਰਜ ਵੱਲ ਪਿੱਠ ਕਰ ਲਓ ਤੇ ਪਰਛਾਵਾਂ ਅੱਗੇ ਚੱਲਣ ਲੱਗ ਪੈਂਦਾ, ਬੰਦਾ ਪਿੱਛੇ ਤੁਰਨ ਲੱਗ ਪੈਂਦਾ। ਗੁਰੂ ਵੱਲ ਮੁਖ ਕਰ, ਇਹ ਤਾਕਤਾਂ ਤੇਰੇ ਪਿੱਛੇ ਚੱਲਣਗੀਆਂ। ਪਿਆਰਿਆ, ਜੇ ਗੁਰੂ ਵੱਲ ਪਿੱਠ ਹੋ ਗਈ ਇਹ ਅੱਗੇ ਭੱਜਣਗੀਆਂ, ਤੂੰ ਪਿੱਛੇ ਦੌੜੇਗਾ। ਸਤਿਗੁਰੂ ਕਹਿੰਦੇ ਨੇ ਜਬ ਲਗ ਜੀਵੋ ਧਨ ਬੋ ਪਾਵੋ। ਜਿੰਨੀ ਦੇਰ ਤੱਕ ਜਿਉਣਾ ਕਮੀ ਨਹੀਂ ਰਹੇਗੀ, ਪਰ ਇੱਕ ਕੰਮ ਕਰੀ, ਜਿੰਨਾ ਤੇਰਾ ਘਰ ਧਨ ਨਾਲ ਭਰਿਆ ਜਾਏ ਉਹਨਾਂ ਪਰਮਾਤਮਾ ਦਾ ਨਾਮ ਵਧਾਈ ਜਾਏ, ਉਹਨਾਂ ਸਿਮਰਨ ਕਰੀ ਜਾਏ। ਜਬ ਲਗ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ। ਪੁੰਨ ਦਾਨ ਕੈ ਲੋਕ ਸਦੈਖੈ। ਜੇ ਪਰਮਾਤਮਾ ਨੇ ਦਿੱਤਾ ਤੇ ਉਹਦੇ ਵਿੱਚੋਂ ਦੇ ਕੇ ਵੀ ਤੂੰ ਸ਼ੁਕਰ ਕਰੀ, ਮਾਲਕਾ ਤੇਰਾ ਸ਼ੁਕਰਾਨਾ ਮੈਨੂੰ ਤੂੰ ਪੂਰਨ ਕਰਨ ਦੀ ਦਾਤ ਦੇ ਦਿੱਤੀ। ਇਹ ਥੋੜਾ ਜਿਹਾ ਨੁਕਤਾ ਬੜੀ ਬਰੀਕੀ ਵਾਲਾ ਹੈ। ਅਸੀਂ ਪੁੰਨ ਦਾਨ ਕਰਕੇ ਜੇ ਤਾਂ ਆਪਾਂ ਜਣਾਵਾਂਗੇ, ਮੇਰੀ ਬੇਨਤੀ ਜੇ ਲੇਖੇ ਨਹੀਂ ਜੇ ਪੈਣਾ, ਜੇ ਪੁੰਨ ਕਰਕੇ ਸਿਮਰਨ ਕਰਾਂਗੇ, ਮੰਨ ਲਓ ਕਿਸੇ ਲੋੜਵੰਦ ਦੀ ਸੇਵਾ ਕਰ ਦਿੱਤੀ, ਸੇਵਾ ਕਰਨ ਤੋਂ ਬਾਅਦ ਆ ਕੇ ਜਪਜੀ ਸਾਹਿਬ ਦਾ ਪਾਠ ਕਰ, 2 ਕੜੀਆਂ ਸਿਮਰਨ ਕਰ ਤੇ ਸ਼ੁਕਰ ਕਰ, ਮਾਲਕਾ ਤੂੰ ਮੇਰੇ ਤੋਂ ਸੇਵਾ ਕਰਾ ਲਈ ਪਰ ਮੈਨੂੰ ਇਸ ਹੰਕਾਰ ਤੋਂ ਬਚਾ ਲਈ। ਦੇਖੋ ਅਸੀਂ ਪੜ੍ਹਨੇ, ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ। ਅਗਲੀ ਤੋਕੀ ਹੈ, ਮਹਾਰਾਜ ਕਹਿੰਦੇ ਜਿਹਦੀ ਕਿਰਪਾ ਨਾਲ ਤੂੰ ਦਾਨ ਪੁੰਨ ਕਰਨਾ, ਉਹ ਵੀ ਤੇ ਬੰਦਾ ਹੈ ਜਿਨੇ ਵਿਚਾਰੇ ਨੇ ਤਲੀ ਅੱਡੀ, ਤੇ ਤੂੰ ਵੀ ਇੱਕ ਬੰਦਾ ਹੈ ਜਿਹੜਾ ਉਹਦੀ ਤਲੀ ਉੱਤੇ ਰੱਖਣਾ ਪਿਆ। ਦੇਖ ਹੈ ਤਾਂ ਦੋਨੋਂ ਇਨਸਾਨ। ਜੇ ਪ੍ਰਸਾਦ ਕਰੇ ਪੁੰਨ ਬੋ ਦਾਨ, ਮਨ 8 ਪੈਰ ਕਰ ਤਿਸ ਕਾ ਧਿਆਨ। 8 ਪੈਰ ਉਹਦਾ ਸਿਮਰਨ ਕਰ ਜਿਨੇ ਪੁੰਨ ਕਰਨ ਦੀ ਦਾਤ ਦਿੱਤੀ। ਅਗਲਾ ਬਚਨ ਅਸੀਂ ਆਸਾ ਕੀ ਵਾਰ ਪੜ੍ਹਨੇ ਆ, ਕਹਿਣ ਲੱਗੇ ਕਰ ਪੁੰਨੋ ਨੀਚ ਸਦਾਈਏ। ਜੇ ਪੁੰਨ ਕਰੇ ਤੇ ਆਪਣੇ ਆਪ ਨੂੰ ਨੀਵਾਂ ਸਦਾ। ਦਾਤੇ ਨੇ ਇੱਕ ਬਚਨ ਭਾਈ ਸਾਹਿਬ ਨੇ ਕਿਹਾ, ਹੱਥੋਂ ਦੇ ਕੇ ਭਲਾ ਮਨਾਵੇ। ਜੇ ਹੱਥੋਂ ਦੇਣਾ ਤੇ ਨਾਲ ਭਲਾ ਮਨਾ। ਮੇਰੇ ਵਾਹਿਗੁਰੂ ਤੇਰਾ ਸ਼ੁਕਰਾਨਾ, ਤੂੰ ਮੈਨੂੰ ਘੱਟੋ ਘੱਟ ਇੰਨੀ ਬਖਸ਼ਿਸ਼ ਕੀਤੀ ਮੈਂ ਕਿਸੇ ਦੀ ਸੇਵਾ ਕਰ ਸਕਿਆ। ਉਸ ਦਾਨ ਨੂੰ ਕਿਰਪਾ ਚ ਲਿਜਾਈਏ, ਉਸ ਦਾਨ ਨੂੰ ਆਪਣੇ ਨਾਲ ਨਾ ਜੋੜੀਏ। ਹਜ਼ੂਰ ਕਹਿੰਦੇ ਨੇ ਜਬ ਲਗ ਜੀਵੋ ਧਨ ਬਹੁ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ। ਪੁੰਨ ਦਾਨ ਕੈ ਲੋਕ ਸਦਾ ਹੈ, ਅੰਤ ਕਾਲ ਜਮ ਨਹਿ ਦਰਸੈ ਹੈ। ਧਨ ਨਾਲ ਲੋਕਾਂ ਵਿੱਚ ਤੇਰੀ ਇੱਜ਼ਤ ਹੋ ਜਾਏਗੀ
ਤੇ परमात्मा ਦਾ ਨਾਮ ਜਪੇਗਾ ਤੇ ਜਮਦੂਤ ਕਦੀ ਨੇੜੇ ਨਹੀਂ ਆਵੇਗਾ। ਮੇਰੀ ਬੇਨਤੀ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਮੇਰੀ ਇੱਛਾ ਪੂਰੀ ਹੋਵੇ, ਦੇਖੋ ਪਹਿਲੀ ਗੱਲ ਤਾਂ ਜਦੋਂ ਬੰਦਾ ਬਾਬਾ ਜੀ ਨਾਲ ਜੁੜਦਾ ਹੈ ਨਾ, ਉਦੋਂ ਉਹਦੇ ਅੰਦਰ ਮਾੜੀ ਮਲੀਨ ਇੱਛਾ ਕਦੀ ਉੱਠਦੀ ਨਹੀਂ। ਇਹ ਗੱਲ ਯਾਦ ਰੱਖੋ। ਹੁਣ ਜੇ ਇਸ ਕਰਕੇ ਬੰਦਾ ਚਲੀਏ ਕਰਦਾ ਪਿਆ ਜਿਵੇਂ ਫਲਾਣੇ ਬੰਦੇ ਨੂੰ ਥੱਲੇ ਲਾਣਾ, ਉਹਦੇ ਪੱਲੇ ਕੁਛ ਨਹੀਂ ਜੇ ਪੈਣਾ। ਭਾਈ ਸਾਹਿਬ ਜਦੋਂ ਪੜ੍ਹ ਰਹੇ ਸਨ ਬਚਨ ਕਿ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ, ਘੁੰਮ ਦਾ ਅਰਥ ਹੈ ਪਰਤ ਕੇ ਉਹਦੇ ਘਰ ਜਾ ਕੇ। ਕਹਿੰਦੇ ਨੇ ਜੇ ਤੇਰੇ ਤੇ ਕੋਈ ਵਾਰ ਕਰਦਾ ਹੈ, ਬੁਰਾ ਕਰਦਾ, ਤੂੰ ਬੁਰਾ ਮਤ ਕਰੀ। ਸੱਚ ਐਵੇਂ ਤੂੰ ਬੁਰਾ ਕਰਨ ਵਾਲੇ ਦਾ ਵੀ ਜੇ ਅੰਦਰੋਂ ਇਹ ਤਜਰਬਾ ਕਰਕੇ ਤੁਸੀਂ ਦੇਖੋ, ਹੈ ਬੜਾ ਮੁਸ਼ਕਲ, ਕਿਉਂਕਿ ਬੰਦੇ ਤੋਂ ਜਰਿਆ ਨਹੀਂ ਜੇ ਜਾਂਦਾ। ਇੱਥੇ ਤਾਂ ਬਿਨਾਂ ਘਸੁੰਨ ਮਾਰਨ ਤੋਂ ਲੋਕੀ ਕੁੱਟਣ ਨੂੰ ਤਿਆਰ ਹੁੰਦੇ ਨੇ, ਘਸੁੰਨ ਵਾਲਾ ਕਿੱਥੇ ਬਚੂਗਾ। ਜੇ ਮੰਨ ਲਓ ਕੋਈ ਬੁਰਾ ਕਰਦਾ ਹੈ, ਆਪਾਂ ਕੀ ਕਰ ਸਕਨੇ ਹਾਂ? ਤੇ ਜਿੱਥੇ ਵੀ ਚਲੇ ਜਾਓਗੇ ਇਹ ਖਹਿੜਾ ਨਹੀਂ ਜੇ ਛੱਡਦੀ। ਆਪਾਂ ਉੱਥੇ ਰਹਿੰਦੇ ਸਾਂ, ਉੱਥੇ ਵੀ ਅੰਦਰ ਤੁਰੀ ਫਿਰਦੀ ਸੀ ਈਰਖਾ, ਤੇ ਇੱਥੇ ਆ ਗਏ ਨਾਲ ਹੀ ਆ ਗਈ ਬਿਨਾਂ ਵਿਜੇ ਤੋਂ। ਇਹਨੂੰ ਪੇਪਰ ਵੀ ਨਹੀਂ ਲੈਣੇ ਪਏ, ਕੁਛ ਵੀ ਨਹੀਂ ਕਰਨਾ ਪਿਆ, ਬਸ ਪੱਕੀ ਸਿਟੀਜ਼ਨ ਜੇ ਇਹ ਇਹਦੀ ਸਿਟੀਜ਼ਨ, ਜਿੱਥੇ ਅੰਦਰ ਜਾਣਾ ਇਹਨੇ ਨਾਲ ਹੀ ਤੁਰੀ ਜਾਣਾ, ਇਹ ਛੱਡਦੀ ਨਹੀਂ। ਪਰ ਮਹਾਰਾਜ ਕਹਿੰਦੇ ਨੇ ਮੰਨ ਲਿਆ ਜਾਏ ਜੇ ਕੋਈ ਤੇਰਾ ਬੁਰਾ ਕਰਦਾ ਹੈ, ਇੱਕ ਖਿਣ ਲਈ ਮੈਂ ਬੇਨਤੀ ਕਰਾਂਗਾ, ਜਦੋਂ ਸਿਮਰਨ ਕਰਨ ਬੈਠੋ, ਰਘਬੀਰ ਸਿੰਘ ਵੀਰ ਹੁਣੀ ਇੱਕ ਗੱਲ ਕਹਿੰਦੇ ਸਨ, ਉਹਨਾਂ ਦੀ ਲਿਖਤਾਂ ਸਿਮਰਨ ਵਿੱਚ ਚੱਲਣ ਲਈ ਬਹੁਤ ਚੰਗੀਆਂ ਨੇ, ਤੁਰਨ ਵਾਸਤੇ ਬਹੁਤ ਸੋਹਣੀਆਂ ਰਘਬੀਰ ਸਿੰਘ ਵੀਰ ਹੋਣਾ ਦੀ। ਉਹ ਕਹਿੰਦੇ ਜਦੋਂ ਸਿਮਰਨ 'ਚ ਬੈਠਦੇ ਹੋ ਸਭ ਤੋਂ ਪਹਿਲਾਂ ਇੱਕ ਅਰਦਾਸ ਕਰੋ, ਮਾਲਕ ਜੀ ਸਭ ਦਾ ਭਲਾ ਕਰਿਓ, ਜਿਹੜਾ ਵਿਰੋਧ ਕਰਦਾ ਉਹਦਾ ਵੀ ਭਲਾ ਕਰਿਓ। ਉਹ ਕਹਿੰਦੇ ਨੇ ਇਹ ਲਫ਼ਜ਼ ਜਿਹੜੇ ਨੇ ਤੇਰੇ ਸਰੀਰ ਦੇ 4 ਚੁਫੇਰੇ, ਤੇਰੇ ਮਨ ਦੇ 4 ਚੁਫੇਰੇ ਇੱਕ ਪਹਿਰਾ ਬਣਾ ਦੇਣਗੇ, ਕਿਉਂਕਿ ਜਿਨ੍ਹਾਂ ਦਾ ਬੁਰਾ ਤੂੰ ਸਿਮਰਨ ਸੋਚਣਾ ਸੀ ਉਹਨਾਂ ਦਾ ਭਲਾ ਤੂੰ ਪਹਿਲਾਂ ਹੀ ਮੰਗ ਲਿਆ ਹੈ, ਕਿਉਂਕਿ ਉਹ ਸ਼ਬਦ ਅਸਰ ਕਰ ਜਾਂਦਾ, ਫੁਰਨਾ ਹੀ ਹੈ ਨਾ। ਹੁਣ ਸਤਿਗੁਰੂ ਦਾ ਸ਼ਬਦ ਪੜ੍ਹ ਰਹੇ ਸਨ ਕਿ ਆਪ ਨੇੜੇ ਘਰ ਜਾਈਏ, ਇਹ ਸ਼ਬਦ ਧਿਆਨ ਨਾਲ ਸੁਣਿਓ, ਪਰਾਏ ਘਰ 'ਚ ਨਹੀਂ ਕਿਹਾ। ਜਿੰਨੇ ਮੁੱਕਾ ਮਾਰਿਆ ਉਹਦੇ ਘਰ ਨਾ ਜਾ, ਆਪ ਨੇੜੇ ਘਰ ਜਾਈਏ। ਬੜੇ ਗਹਿਰੇ ਅਰਥ ਨੇ ਪਿਆਰਿਓ, ਕਮਾਲ ਕਰ ਦਿੱਤੀ। ਮੈਂ ਅੱਜ ਇਹਦੇ ਅਰਥ ਭਾਈ ਸਾਹਿਬ ਪੜ੍ਹ ਰਹੇ ਸਨ, ਆਪ ਨੇੜੇ ਆਪਣੇ ਘਰ ਵਿੱਚ ਜੇ ਜਾਣਾ ਚਾਹੁੰਦੇ ਤੇ ਬਗਾਨੇ ਦੇ ਘਰ ਵੱਲ ਝਾਕਣਾ ਬੰਦ ਕਰ ਦੇ। ਆਪਣੇ ਘਰ ਵਿੱਚ ਆਪਣਾ ਹਿਰਦਾ ਘਰ, ਆਪਣਾ ਨਿਜ ਘਰ, ਆਪਣਾ ਨਿਜ ਸਵਰੂਪ ਜੇ ਉਹਦੇ 'ਚ ਪਹੁੰਚਣਾ ਚਾਹੁੰਦਾ ਤੇ ਪੈਰ ਤਿਨਾਂ ਦੇ ਚੁੰਮ ਉਹਨੂੰ ਕਹਿ ਦਿਓ, ਭਲਿਆ ਚਲੋ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਬਖਸ਼ ਦੇਈ, ਪਰ ਯਾਦ ਰੱਖਿਓ ਤੁਹਾਡੇ ਇਹ ਲਫ਼ਜ਼ ਕਹੇ ਹੋਏ ਉਹ ਬੰਦੇ ਨੂੰ ਰਾਤ ਕਦੀ ਸੌਣ ਨਹੀਂ ਦੇਣਗੇ। ਤੁਹਾਡੀ ਖਿਮਾ ਵਿੱਚ ਵੀ ਉਹਦੇ ਲਈ ਇੱਕ ਅੰਦਰ ਦਾ ਖਿੰਡਾ ਬਣ ਜਾਏਗਾ। ਮੈਂ ਬੇਨਤੀ ਕਰਾਂ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਹਰ ਚੀਜ਼ ਜਿਨ੍ਹਾਂ ਤਾਕਤਾਂ ਨੂੰ ਤੂੰ ਮੰਨੈ, ਇਹ ਤਾਕਤਾਂ ਪਰਮਾਤਮਾ ਦੇ ਅਧੀਨ ਨੇ। ਭਗਤਾਂ ਨੇ, ਮਹਾਂਪੁਰਖਾਂ ਨੇ ਗਰੀਬੀ ਹੰਡਾਈ, ਪਰ ਚੇਤੇ ਰੱਖਿਓ ਨਾ ਕਿਸੇ ਦੀ ਮੁਥਾਜੀ ਨਾ ਕੀਤੀ। ਥੋੜੇ ਜਿਹੇ ਅਸੀਂ ਬਚਨ ਪੜ੍ਹ ਲਈਏ। ਇੱਕ ਤਾਂ ਕਬੀਰ ਸਾਹਿਬ ਦਾ ਇਸੇ ਨਾਲ ਮਿਲਦੇ ਪ੍ਰਮਾਣ, ਸੁਖ ਸਾਗਰ ਸੁਰਤਰ ਚਿੰਤਾਮਨ ਕਾਮ ਧੇਨ ਬਸ ਜਾ ਕੇ। ਉਹ ਕਹਿੰਦੇ ਨੇ ਦਰ ਮੰਨਦੇ ਠਾਡੇ ਦਰਬਾਰ, ਤੇਰੇ ਦਰ ਤੇ ਖਲੋਤੇ ਖਾਂ। ਸ਼ਬਦ ਕਹਿ ਠਾਡੇ, ਬਾਣੀ 'ਚ 2 ਸ਼ਬਦ ਆਉਂਦੇ ਨੇ, ਇੱਕ ਠਾਂਡੇ ਆਉਂਦਾ, ਇੱਕ ਠਾਡੇ ਆਉਂਦਾ। ਜਿੱਥੇ ਠਾਡੇ ਸ਼ਬਦ ਹੈ ਇਹਦਾ ਅਰਥ ਹੈ ਖਲੋਣਾ, ਤੇ ਜਿੱਥੇ ਠਾਂਡਾ ਸ਼ਬਦ ਹੈ ਉਹਦਾ ਅਰਥ ਹੈ ਠੰਡਾ। ਜਿਵੇਂ ਅਸੀਂ ਪੜ੍ਹਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਬਚਨ, ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ, ਹੱਥ ਜੋੜ ਕੇ ਖਲੋ ਗਏ। ਜਿਵੇਂ ਸਤਿਗੁਰੂ ਦੇ ਬਚਨ ਨੇ ਸਿਰ ਉੱਪਰ ਠਾਡਾ ਗੁਰਸੂਰਾਂ, ਪਰ ਨਾਲ ਇਹ ਵੀ ਬਚਨ ਕਹਿਣ ਲੱਗੇ ਕੱਲ ਤਾਤੀ ਠਾਂਡਾ ਹਰਨਾ, ਨਾਮ ਠੰਡਾ ਹੈ। ਹੁਣ ਇੱਥੇ ਭਗਤ ਜੀ ਕਹਿੰਦੇ ਨੇ ਕਿਸੇ ਤੋਂ ਕਿਉਂ ਮੰਗਾ, ਦਰ ਮੰਨਦੇ ਠਾਡੇ ਦਰਬਾਰ, ਤੇਰੇ ਦਰ ਤੇ ਮੰਗਤੇ ਆ ਕੇ ਹੱਥ ਜੋੜ ਕੇ ਖਲੋ ਗਏ। ਤੁਝ ਬਿਨ ਸੁਰਤ, ਇੱਥੇ ਸੁਰਤ ਦਾ ਅਰਥ ਹੈ ਸੰਭਾਲ ਪਰਵਰਿਸ਼। ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੇਰੇ ਤੋਂ ਬਿਨਾ ਮੈਂ ਕਿਸੇ ਹੋਰ ਦਾ ਸਹਾਰਾ ਨਹੀਂ ਲਿਆ, ਤੇਰੇ ਤੋਂ ਬਿਨਾ ਮੈਨੂੰ ਸੰਭਾਲਣਾ ਵੀ ਕਿਸੇ ਨੇ, ਕਿਉਂਕਿ ਪਿਆਰਿਓ ਇਹਦੇ ਦਰ ਤੋਂ ਬਿਨਾ ਨਹੀਂ ਕੋਈ। ਇੱਕ ਵਾਰ ਹਜ਼ੂਰ ਦੇ ਪਾਠ ਕਰਦੇ ਆਇਆ ਸੀ। ਦੇਖੋ ਅਸੀਂ ਨਾ ਕਿਸੇ ਤੋਂ ਰੋਜ਼-ਰੋਜ਼ ਮੰਗੀਏ ਤੇ ਸ਼ਰਮ ਆਉਣ ਲੱਗ ਪੈਂਦੀ, ਸੱਚੀ ਗੱਲ ਲੱਜਿਆ ਹੁੰਦੀ ਹੈ ਵੀ ਪਿੱਛੇ ਵੀ ਮੰਗਿਆ ਫਿਰ ਮੰਗਣ ਤੁਰੇ ਹਾਂ। ਤੇ ਕਈ ਵਾਰੀ ਜਿਹਦੇ ਤੋਂ ਮੰਗਣੇ ਆ ਉਹ ਵੀ ਕਹਿੰਦਾ ਅੱਜ ਤੋਂ ਬਾਅਦ ਨਾ ਮੇਰੇ ਕੋਲ ਆਈ।
ਤੁਸੀਂ ਦੇਖਿਆ ਹੋਣਾ ਸਮਾਜ ਦਾ ਢਾਂਚਾ। ਮੈਂ ਤਾਂ ਕਈ ਵਾਰੀ ਸੋਚਣਾ ਕਿ ਸੱਕੇ ਬਾਪ ਕੋਲ ਪੂੰਜੀ ਹੋਵੇ, ਰੋਜ਼ ਰੋਜ਼ ਮੰਗੋ, ਸ਼ਰਮ ਆਉਣ ਲੱਗ ਪੈਂਦੀ ਹੈ। ਤੇ ਕਈ ਵਾਰੀ ਉਹ ਵੀ ਕਹਿਣ ਲੱਗ ਪੈਂਦਾ, ਉਹ ਅੱਜ ਤੋਂ ਬਾਅਦ ਨਾ ਹੀ ਤੇਰਾ ਕੰਮ ਹੀ ਹੋ ਗਿਆ ਮੇਰੇ ਤੋਂ ਮੰਗਣਾ, ਮੈਂ ਆਪਣਾ ਗੁਜ਼ਾਰਾ ਨਹੀਂ ਕਰਨਾ। ਖੂਨ ਦੇ ਰਿਸ਼ਤੇ ਕੋਲੋਂ ਰੋਜ਼ ਮੰਗੋ, ਇੱਕ ਦਿਨ ਉਹ ਸਾਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਮੇਰੇ ਵਾਹਿਗੁਰੂ ਗੁਰੂ ਨਾਨਕ ਸਾਹਿਬ, ਤੇਰੇ ਘਰ ਦੇ ਦਰਵਾਜ਼ੇ ਕਦੀ ਨਹੀਂ ਬੰਦ ਹੋਏ। ਰੋਜ਼ ਮੰਗੋ, ਸਵੇਰੇ ਸ਼ਾਮ ਮੰਗੋ, ਨਾ ਮੰਗਦਿਆਂ ਕਦੀ ਲੱਜਿਆ ਆਉਂਦੀ ਹੈ ਤੇ ਨਾ ਕਦੀ ਦਰਵਾਜ਼ੇ ਬੰਦ ਕਰਦਾ। ਇਸੇ ਨੂੰ ਕਬੀਰ ਸਾਹਿਬ ਨੇ ਕਿਹਾ, ਕਬੀਰ ਜੇ ਦਰ ਆਵਤ ਜਾਤ ਹੋ, ਦਰ ਮਨ ਦੇ ਠਾਂਡੇ ਦਰਬਾਰ। ਜਿਹਦੇ ਦਰਵਾਜ਼ੇ ਤੇ ਆਉਂਦੇ ਜਾਂਦੇ ਨੂੰ ਕੋਈ ਰੋਕਦਾ ਹੀ ਨਹੀਂ, ਕਦੀ ਨਹੀਂ ਕੋਈ ਪੁੱਛਦਾ ਤੂੰ ਕੱਲ ਮੰਗਣ ਆਇਆ ਸੀ ਅੱਜ ਆ ਗਿਆ। ਪਰ ਹੁਣ ਥੋੜਾ ਥੋੜਾ ਨਾ ਸਾਡੀ ਕੌਮੇ ਨੇ ਕੰਮ ਖਰਾਬ ਕਰ ਦਿੱਤਾ। ਮੈਂ ਕਹਿ ਰਿਹਾ ਗੁਰੂ ਦੀ ਨਹੀਂ, ਇੱਥੇ ਲੰਗਰ ਕੋਈ ਰੋਜ਼ ਛਕੇ ਕਿਸੇ ਪੁੱਛਣਾ। ਹੁਣ ਉੱਥੇ ਕਈ ਗੁਰਦੁਆਰੇ ਜਦੋਂ ਬਾਹਰ ਕਥਾ ਕਰਨ ਜਾਈਦਾ, ਲਿਖਿਆ ਮਿਲਦਾ 3 ਦਿਨ ਤੋਂ ਬਾਅਦ ਲੰਗਰ ਜੇ ਛਕਣਾ ਤੇ ਕਮੇਟੀ ਨੂੰ ਦੱਸਣਾ ਪਏਗਾ। ਮੈਂ ਕਹਿੰਦਾ ਉਹ ਭਲੇ ਬੰਦੇ ਹੋ, ਇਹ ਕਿੱਥੋਂ ਤੁਹਾਨੂੰ ਸਿਧਾਂਤ ਦੇਤਾ ਕਿਸੇ ਨੇ? ਇਹ ਤੁਸੀਂ ਦੇਖਿਆ ਹੋਣਾ। ਉਹ ਸਾਡਾ ਇੱਕ ਪ੍ਰਧਾਨ ਸੀ, ਮੈਨੂੰ ਬਖਸ਼ ਦਿਓ, ਜਾਣਦੇ ਨੇ ਪਵਿੰਦਰ ਸਿੰਘ ਹੋਣੀ, ਇਹ ਰੱਬ ਬੜਾ ਬੇਅੰਤ ਹੈ। ਉਹ ਇੱਕ ਵਾਰੀ ਨਾ ਕੋਈ ਬੰਦਾ ਲਾਚਾਰ ਆਇਆ, ਲੋੜਵੰਦ ਪ੍ਰਸ਼ਾਦਾ ਛਕਣ ਆਇਆ, ਉਹ ਕੋ ਖੁੰਡੀ ਸੀ, ਉਹਨੇ ਖੁੰਡੀ ਪਾ ਕੇ ਨਾ ਉਹ ਵਿਚਾਰੇ ਰੋਟੀ ਖਾਂਦੇ ਦੀ ਬਾਂਹ ਖਿੱਚ ਲਈ। ਤੂੰ ਕੱਲ ਵੀ ਆਇਆ ਸੈਂ। ਉਹ ਵਿਚਾਰਾ ਉੱਠ ਗਿਆ, ਪ੍ਰਧਾਨ ਬਾਹਰ ਨਿਕਲਿਆ, ਜੇ ਸਾਜ ਖੁੰਡੀ ਮਾਰੀ ਸੀ, ਉਹ ਰਕਸ਼ੇ ਵਾਲੇ ਨੇ ਮਾਰੀ, ਇੱਕੋ ਦਮ ਰਕਸ਼ਾ ਪਿੱਛੋਂ ਉਹਦੇ ਬਾਂਹ ਹੀ ਟੁੱਟ ਗਈ। ਮੈਂ ਮਨ 'ਚ ਸੋਚਿਆ, ਮਣਾ ਕਿਹਾ ਤੇ ਨਹੀਂ, ਮੈਂ ਕਿਹਾ ਰੱਬ ਤੋਂ ਡਰ ਗਏ। ਪਿਆਰਿਓ, ਗੁਰੂ ਦਰ ਦਾ ਬੂਹਾ ਕਦੀ ਬੰਦ ਨਾ ਹੋਵੇ, ਭਾਵੇਂ ਸੁੱਕੀ ਰੋਟੀ। ਮੈਂ ਗੁਰੂ ਦਰ ਕੀ ਇੱਥੋਂ ਤੱਕ ਸਿੱਖ ਦੇ ਘਰ ਲੋੜਵੰਦ ਆਵੇ, ਕਦੀ ਬੂਹਾ ਨਾ ਬੰਦ ਕਰੋ। ਪਤਾ ਨਹੀਂ ਉਸ ਲੋੜਵੰਦ ਰਾਹੀਂ ਗੁਰੂ ਨੇ ਕਿੰਨਾ ਕੁ ਰੀਝ ਜਾਣਾ। ਹਜ਼ੂਰ ਕਹਿੰਦੇ ਨੇ ਉਹਦੇ ਦਰ ਤੇ, ਜਿਹਦੇ ਦਰ ਤੇ ਕਦੀ ਬੂਹੇ ਬੰਦ ਨਹੀਂ ਹੁੰਦੇ। ਕਬੀਰ ਜੇ ਦਰ ਆਵਤ ਜਾਤ ਕੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸੇ ਕਰਕੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਦਰਵਾਜ਼ੇ 4 ਨੇ, ਪਰ ਕੁੰਡਾ ਕਿਸੇ ਦਰਵਾਜ਼ੇ ਨੂੰ ਬਾਹਰੋਂ ਨਹੀਂ ਲੱਗਾ। ਚਾਰੇ ਦਰਵਾਜ਼ਿਆਂ ਤੁਸੀਂ ਧਿਆਨ ਨਾਲ ਜਾਇਓ, ਬਾਹਰੋਂ ਕਿਤੇ ਕੁੰਡੀ ਨਹੀਂ, ਕਿਉਂਕਿ ਰੱਬ ਦੇ ਦਰ ਨੂੰ ਕੁੰਡੀ ਲੱਗ ਨਹੀਂ ਸਕਦੀ, ਕਿਉਂਕਿ ਉਹਦਾ ਦਰਵਾਜ਼ਾ ਖੁੱਲ੍ਹਾ ਹੈ। ਅਸੀਂ ਤਾਂ ਰੋਜ਼ 2 ਵਾਰੀ ਇਹ ਸ਼ਬਦ ਪੜ੍ਹਦੇ ਹਾਂ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕਿਹੋ ਜਿਹਾ ਤੇਰਾ ਦਰ ਤੇ ਕਿਹੋ ਜਿਹਾ ਤੇਰਾ ਘਰ, ਜਿੱਥੇ ਬੈਠੇ ਸਾਰਿਆਂ ਨੂੰ ਸੰਭਾਲਣੇ। ਕਦੀ ਨਹੀਂ ਕਹਿੰਦਾ ਮੈਂ ਥੱਕ ਗਿਆ। ਲੈਣ ਵਾਲਿਆਂ ਦੀਆਂ ਝੋਲੀਆਂ ਮੁੱਕ ਜਾਂਦੀਆਂ ਨੇ, ਦੇਣ ਵਾਲੇ ਦਾ ਹੱਥ ਕਦੀ ਖਾਲੀ ਹੁੰਦਾ ਹੀ। ਦਿੰਦਾ ਦੇ, ਲੈਂਦੇ ਥੱਕ ਪਾਹੇ, ਤੇ ਅੱਜ ਦੇ ਨਹੀਂ ਜੁਗਾ ਜੁਗੰਤਰ ਖਾਹੀ ਖਾਏ। ਤੇ ਇੱਕ ਗੱਲ ਹੋਰ ਜੇ, ਕੱਲਾ ਸਾਨੂੰ ਹੀ ਨਹੀਂ, ਬਾਬਾ ਜੀ ਦਾ ਜਦੋਂ ਬਚਨ ਪੜ੍ਹਦੇ ਹੋ, ਕਹਿੰਦੇ ਨੇ ਜਿੱਥੇ ਜਿੱਥੇ ਸ੍ਰਿਸ਼ਟੀ ਸਾਰੀਆਂ ਥਾਵਾਂ ਤੇ ਉਹਦੇ ਸਟੋਰ ਨੇ। ਜਿਵੇਂ ਆਪਾਂ ਚੇਨ ਕਹਿੰਦੇ ਨਾ, ਸਟੋਰਾਂ ਦੀ ਹਰ ਮੁਲਕ ਚੇਨ ਹੈ ਜੀ। ਬਾਬਾ ਜੀ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਹਰ ਲੋਕ ਵਿੱਚ ਤੇਰਾ ਸਟੋਰ, ਤੇਰਾ ਭੰਡਾਰਾ ਹੈ। ਤੇ ਇਹਨਾਂ ਦਾ ਮੁੱਕ ਜਾਏ ਤੇ ਸਟੋਰ ਭਰਨਾ ਪੈਂਦਾ ਹੈ, ਤੈਨੂੰ ਭਰਨਾ ਹੀ ਨਹੀਂ ਪੈਂਦਾ। ਜੋ ਕੁਛ ਪਾਇਆ ਸੋ ਇੱਕਾ ਵਾਰ, ਕਹਿੰਦੇ ਇੱਕ ਵਾਰੀ ਭਰ ਦਿੱਤਾ, ਤੇਰੇ ਤੋਂ ਨਹੀਂ ਮੁੱਕ ਸਕਦਾ। ਮੈਂ ਬੇਨਤੀ ਕਰਾਂ, ਸ਼ਬਦ ਅਸੀਂ ਰੋਜ਼ ਹੀ ਪੜ੍ਹਦੇ ਹਾਂ ਬਾਣੀ ਦੇ। ਹਜ਼ੂਰ ਕਿਰਪਾਲੂ ਕਹਿ ਰਹੇ ਨੇ ਕਿ ਦਰ ਮਾਂਦੇ ਠਾਡੇ ਦਰਬਾਰ, ਤੇਰੇ ਬੂਹੇ 'ਚ ਖਲੋਤੇ ਖਾਂ। ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਅਗਲੇ ਬਚਨ, ਤੁਮ ਧਨ ਧਨੀ, ਤੁਸੀਂ ਧਨ ਦੇ ਮਾਲਕ ਹੋ, ਧਨੀ ਤੇ ਕੰਜੂਸ ਨਹੀਂ। ਧਨੀ ਤਾਂ ਬਹੁਤ ਮਿਲਣਗੇ, ਪਰ ਚੇਤੇ ਰੱਖਿਓ ਮੱਖੀ ਚੂਸਣ ਵਾਲੇ ਬੜੇ ਮਿਲਦੇ ਨੇ। ਤੁਮ ਧਨ ਧਨੀ ਉਦਾਰ, ਉਦਾਰ ਦਾ ਅਰਥ ਦਿਆਲੂ, ਕਿਰਪਾਲੂ। ਮਾਲਕ ਵੀ ਖਾਏ, ਇੰਨਾ ਕੁਝ ਖਾਏ ਤੇ ਦਿਲ ਵੀ ਖੁੱਲਾ। ਕਈ ਵਾਰੀ ਕਈਆਂ ਦੇ ਹੱਥ ਬੜੇ ਖੁੱਲੇ ਹੁੰਦੇ ਜੇ, ਦਿਲ ਬੜੇ ਸੌੜੇ ਹੁੰਦੇ, ਸੱਚੀ ਗੱਲ। ਤੇ ਕਈਆਂ ਨੂੰ ਰੱਬ ਨੇ ਐਸੀ ਖੇਡ ਵਰਤਾਈ ਹੁੰਦੀ ਹੈ, ਹੱਥ ਖੁੱਲਾ ਨਹੀਂ ਹੁੰਦਾ, ਦਿਲ ਬੜਾ ਖੁੱਲਾ ਹੁੰਦਾ। ਹਜ਼ੂਰ ਕਹਿੰਦੇ ਤੇਰਾ ਦਿਲ ਵੀ ਖੁੱਲਾ, ਤੇਰਾ ਹੱਥ ਵੀ ਖੁੱਲਾ। ਤੁਮ ਧਨ ਧਨੀ ਉਦਾਰ, ਤਿਆਗੀ ਤੇ ਤਿਆਗਣ ਵਾਲੇ ਵੀ, ਕਬਜ਼ਾ ਕਰਨ ਵਾਲੇ ਨਹੀਂ। ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਸੋ ਜਸ, ਸੋ ਜਸ ਕਹੇ ਸੋਹਣਾ ਜਸ, ਤੇਰਾ ਕਦੀ ਵਿਰੋਧ ਨਹੀਂ ਸੁਣਿਆ। ਸਰਵਨਨ ਸੁਨੀਅਤ ਸੋ ਜਸ ਤੁਮਾਰ, ਮੰਗੂ ਕਾਹੇ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੇਨ ਬਸ ਜਾਕੇ। ਮੰਗੂ ਕਾਹੇ, ਕਿਸੇ ਤੋਂ ਮੰਗਾ, ਕਿਉਂ ਮੰਗਾ? ਰੰਕ ਸਭ ਦੇਖੂੰ, ਸਾਰੇ ਗਰੀਬ ਤੇ ਮੰਗਤੇ ਤੇਰੇ ਦਰ ਤੋਂ ਮੰਗਦੇ ਨੇ। ਮੈਂ ਮੰਗਤਿਆਂ ਤੋਂ ਮੰਗਣਾ ਛੱਡ ਦਿੱਤਾ, ਮੈਂ ਦਾਤੇ ਦੇ ਦਰ ਨਾਲ ਸਾਂਝ ਬਣਾਈ ਹੈ।
मांगू काहे रंक सब देखूं, तुम ही ते मेरो निस्तार। जय देव नामा नाम देवते जय देवते, बिप सुदामा बामण सदामे दलिदरी उत्ते। जय देव नामा बिप सुदामा, तिनको कृपा भई है अपार। कह कबीर तुम समरथ दाते, चार पदार्थ देत ना बाहर। तुसी देरी नहीं करदे दाता देंदे। गुरु रामदास सोढी सुल्तान, उन्हां दा अमृत बचन, इच्छा पूरक सर्व सुख दाता हर। सुख सागर सुरतर चिंतामन, काम धेन बस जाके। हजूर कहने लगे इच्छा पूरक सर्व सुख दाता हर, जाके वस कै काम धेना। सो ऐसा हर ध्याइए मेरे जीअड़े, मेरी ये जिंदे फिर ओनू ध्या जिदे अधीन ताकतां। सो ऐसा हर ध्याइए मेरे जीअड़े, तां सर्व सुख पावें मेरे मन। जप मन सतनाम सदा सतनाम, हलत पलत मुख उजल होई है। नित ध्याइए हर पुरख निरंजन। जय हर सिमरन भया, जिथे तेरी बंदगी आ गई। ते उपाद कत कीनी, आ तिन ताप ने आद ब्याद उपाद, उते हर रुकावट ही उड गई। जे हर सिमरन भया ते उपाद गत कीनी, वड भागी कर जपना। जन नानक कहो गुर ए मत दीनी, जप हर भवजल तरना। मैं बेनती करा कि सारियां दातां दा मालक, जिन्नियां शक्तियां ने, इन्हां दा मालक केवल करता पुरख वाहिगुरू है। सतगुरु ने तो इत्थों तक कोई राजा महाराजा, कोई दानी, कोई प्रधानी, हजूर ने क्या उस तो वड्डा कोई नहीं। चौजी प्रीतम धन गुरु गोबिंद सिंह जी दे 3 बचन आपां जरूर पढ़ लईए। सिर मैं ये बेनती पहला कीती है कि असी खब्बे सज्जे ना जाइए, क्योंकि जिन्हां तो आपां मंगना चाहते हाँ, ये वाहिगुरू दे दर दे आप शक्तियां उहदे अधीन ने। पार जात ए हर को नाम, काम धेन हर हर गुण गाम। कहते नाम जप ये सारे नाम विच आ जाते। सतगुरु गुरु गोबिंद सिंह जी दे असीं बचन पढ़ने। सवैये अमृत वेले हजूर ने फरमाया कि ਉਹ सूरमे ਜਿਹੜੇ मैदान विच उतरते हैं तो बेखौफ हो के निडर हो के संजो भी नहीं पाते। गोली वज जाए, तलवार वज जाए, तीर वज जाए, बरछी वज जाए, नागनी वज जाए, नेजा वज जाए, जदों वजदा है तो वह खाए की थां ते खेड़े विच आउंदे। महाराज कहते इन्नी ताकत वो चाण तां धरती पलट देन। हजूर दे बचन ने वीर अपार बड़े बरियार अबचार सार की धार पछैया। पछैया दर हुंदा खाना, सार दर थे लोहा, धार दर ते तिखी तेज धार। कहते ने वो सूर में जेड़े तिखियां तलवारां सीने ते पैण, फट चेहरे ते पैण, अबचारे दर हुंदा बिना विचार तो बेखौफ हो के बेपरवाह हो के सारे फट्टां नूं सीने ते सहार लैण। वीर अपार बड़े बरियार अबचार सार की तार पछैया। तोरत देश मलिंद मवासन, माते गजान के मान मलैया। माते गजान के मस्त हाथियां दी सुंड पकड़न, उन्हां दी गर्दन तोड़ के रख देन, मल देन, हंकारियां नूं मल देन। माते गजान के मान मलैया, गाड़े गड़ान को तोड़न खार, सो बातन ही चक चार लवैया। महाराज अगली तुक ध्यान नाल सुनियो। साहिब श्री सब दा मालक, साहिब श्री सब को सिरनायक, सब दा आगू, जाचक अनेक, मंगते अनेकां ने। केड़े वीर अपार बड़े बरियार, जेड़े इन्ने निडर बेखौफ सूरमे ने। चेते रखियो भलिया, इन्हां तो भी भै ना खाई। इन्हां वर्गे पता नहीं किन्ने को मंगते रब दे दर ते मंगदे। साहिब श्री सब को सिरनायक, जाचक अनेक, सो एक दवैया। पर वो कदी देन लग्या रब ने कदी स्वार्थ नहीं जे रखिया। मेरी बेनती है, दुनिया च कदी भी किसी नूं कोई दिंदा कोई टामा टामा नहीं, तो हर बंदा देन लग्या लैण दी आस नाल कोई दिंदा है। ਉਹਦੇ ਤੋਂ नहीं तो रब तो लएगा। वो कहता चलो गरीब नूं दिता रब देगा। याद रखो ਉਹਦੇ देन विच एक इच्छा लुकी है, रब दे देन विच कोई इच्छा नहीं। सच ਇਹ ਵੇ ਜਿਹੜਾ ਉਹਦੀ रोटी खा के भी ਉਹਦੇ तो बागी हो जाए, ਉਹਦੇ तो भी आस नहीं रखता, कहता तुम ही लै जा। कि ऐसा दाता कोई है? हजूर दे अमृत बचन के दीनन की प्रतिपाल करे, नित संत उबार गनी मन गार है।
पश पशु नग नाग निरात सर्व समय सबको प्रतिपारै। पोखता है जल में थल में पल में कल के नि कर्म विचारै। दीन दयाल दया निध कर्म नहीं जे विचारता। सब ते दया करन वाला दीन दयाल दया निध दोखन देखत है। ਉਹਨੂੰ ਗੁਨਾਹ ਦਾ ਪਤਾ ਹੈ। ਤੇ ਪਿਆਰਿਓ ਸਾਡੀ ਕਮਜ਼ੋਰੀ ਦਾ ਕਿਸੇ ਨੂੰ ਪਤਾ ਲੱਗ ਜਾਏ ਨਾ, ਸੱਚੀ ਗੱਲ ਜੇ ਛੱਟ ਕੇ ਰੱਖ ਦਿੰਦੇ ਨੇ ਛੱਜ 'ਚ, ਕਿਤੇ ਪਤਾ ਲੱਗਣ ਦੀ ਦੇਰ। ਮੈਂ ਕਹਿੰਦਾ ਵਾਹ ਮੇਰੇ ਦਾਤਾ, ਜਿੰਨੇ ਅਸੀਂ ਤੇਰੇ ਦਰ ਤੇ ਅੱਖਾਂ ਬੰਦ ਕਰਕੇ ਬੈਠੇ ਹਾਂ, ਸਾਨੂੰ ਸਾਰਿਆਂ ਦਾ ਤੈਨੂੰ ਪਤਾ ਹੈ ਅੰਦਰੋਂ ਕੀ ਹੋ ਜਾਏ, ਸਭ ਨੂੰ ਜਾਣਨੇ। ਫਿਰ ਵੀ ਕਹਿੰਦੇ ਚੱਲ ਕੋਈ ਨਹੀਂ ਬਈ, ਬੱਚੇ ਨੇ। ਦੋਖਨ ਦੇਖਤ ਹੈ ਗੁਨਾਹ ਦੇਖਣਾ, ਪਰ ਦੇਤ ਨਾ ਹਾਰੇ। ਉਹ ਦੇਣ ਨੂੰ ਲੱਗਿਆ ਕਦੀ ਖੱਤ ਨਹੀਂ ਪਿੱਛੇ ਖਿੱਚਦਾ। ਅਗਲੀ ਬੇਨਤੀ, ਉਹਨੂੰ ਦਿੰਦਿਆਂ ਫੁਰਨਾ ਕੋਈ ਨਹੀਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਉਹਨੂੰ ਕੋਈ ਵਾਸ਼ਨਾ ਨਹੀਂ, ਕੋਈ ਕਾਮਨਾ ਨਹੀਂ ਕਿ ਮੈਂ ਦੇ ਰਿਹਾ ਮੈਨੂੰ ਕੀ ਦੇਣਗੇ। ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ ਕਈ ਵਾਰੀ ਬੰਦਾ ਬੰਦੇ ਦੀ ਮਦਦ ਕਰੇ ਤੇ ਕਹਿੰਦਾ ਮੈਨੂੰ ਪਤਾ ਹੁੰਦਾ ਮੈਂ ਮਦਦ ਕਰਕੇ ਪਛਤਾਨਾ, ਮੈਂ ਇਹਨੂੰ ਨੇੜੇ ਕਿਉਂ ਲੱਗਣ ਦਿੰਦਾ। ਰੱਬ ਐਸੋ ਜਿਹਾ ਜਗ ਦੇ ਕੇ ਕਦੀ ਪਛਤਾਉਂਦਾ ਹੀ ਨਹੀਂ। ਇਹ ਮਨ ਖਰਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਦੇ ਕੇ ਕਦੀ ਨਹੀਂ ਝੂਰਦਾ ਦੇਖਿਆ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਦੇਹ ਬਖੀਨ स्नेह सबो तन नेह बिरक्त अगय अच्छा है। जान को देत अजान को देत सुख सागर सुरतर चिंता मन काम धेन बस जाके। ਉਹਨੂੰ किस तो मंगना पैंदा। ਉਹ ਵਿਦਵਾਨਾਂ ਨੂੰ ਵੀ ਦਿੰਦਾ ਤੇ ਅਜਾਨ ਦਾ ਅਰਥ ਜਿਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਉਹ ਅਨਪੜ੍ਹਾਂ ਨੂੰ ਵੀ ਦੇਈ ਜਾਂਦਾ ਹੈ। ਕਈ ਵਾਰੀ ਜਦੋਂ ਤਰਸ ਕਰਦਾ ਹੈ ਨਾ, ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਉਹ ਪੜ੍ਹਿਆਂ ਲਿਖਿਆਂ ਨੂੰ ਉਹਨਾਂ ਨਹੀਂ ਜੇ ਦਿੰਦਾ, ਕਈ ਵਾਰੀ ਅਨਪੜ੍ਹਾਂ ਦੀਆਂ ਝੋਲੀਆਂ ਭਰ ਜਾਂਦਾ। ਬੜੇ ਬੰਦੇ ਐਸੇ ਨੇ ਜਿਹੜੇ ਅਨਪੜ੍ਹ ਬੌਸ ਨੇ ਤੇ ਜਿਨ੍ਹਾਂ ਨੇ ਕਈ ਸਾਲ ਰਾਤਾਂ ਗਾਲ ਕੇ ਡਿਗਰੀਆਂ ਲਈਆਂ, ਉਹ ਅੱਗੇ ਜੀ ਸਲਾਮਾਂ ਪਏ ਕਰਦੇ ਨੇ। ਇਹ ਉਹਦੀ ਖੇਡ ਹੈ ਨਾ। ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਵਜੀਦੇ ਦਾ ਦੋਹਰਾ ਸੀ, ਦੋਹੜੇ ਨੇ ਪੰਜਾਬੀ 'ਚ ਪੜ੍ਹਨ ਵਾਲੇ। ਉਹ ਕਹਿੰਦਾ ਸੀ ਵਾਹਿਗੁਰੂ ਤੇਰੀ ਖੇਡ ਦਾ ਕਿਸੇ ਅੰਤ ਨਹੀਂ ਪਾਇਆ। ਉਹ ਕਹਿੰਦੇ ਨੇ ਕਿ ਕੁੱਤਾ ਉਹਨੇ ਭੌਂਕਣਾ ਹੈ। ਇੱਥੇ ਮੈਨੂੰ ਪਤਾ, ਮੈਂ ਕਈ ਸਾਲ ਪਹਿਲਾਂ ਬੇਨਤੀ ਕੀਤੀ ਸੀ, ਕੁੱਤੇ ਭੌਂਕਣਾ, ਉਹ ਕਾਰਾਂ ਝੂਟੇ ਲੈਂਦੇ ਪਏ ਨੇ। ਆ ਦੇਖਣੇ ਮੈਂ ਕਈ ਵਾਰੀ, ਇੱਕ ਦਿਨ ਪਰਸੋਂ ਚੌਥ ਵੇਖਿਆ ਅਗਲੀ ਸੀਟ ਤੇ ਕੁੱਤਾ ਬੈਠਾ। ਮੈਂ ਕਿਹਾ ਵੇਖ ਰੱਬ ਦੇ ਰੰਗ ਬਈ, ਇਹਨੇ ਨਾਮ ਨਹੀਂ ਜਪਿਆ, ਪੁੰਨ ਪੰਨ ਕੀਤੇ ਹੋਣੇ ਨੇ ਪਹਿਲਾਂ। ਜੋ ਕੁਝ ਕੀਤਾ ਰੱਬ ਨੇ ਕਿਹਾ ਚੱਲ ਬੰਦਾ ਤੇ ਨਹੀਂ ਬਣ ਸਕਦਾ, ਪਰ ਕੁੱਤਾ ਬਣ ਕੇ ਕਾਰਾਂ ਕੂਰਾਂ ਝੂਟ ਲਈ ਸਾਰੀਆਂ। ਹੁਣ ਦੇਖੋ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕੈਸੀ ਖੇਡ ਉਹਦੀ, ਉਹਦਾ ਕੋਈ ਬੇਪਰਵਾਹ ਦਾ ਪਤਾ ਨਹੀਂ। ਕੁੱਤਾ ਭੌਂਕਦਾ ਹੈ ਤੇ ਉਹਨੂੰ ਲੋਕ ਆਪਣੀ ਥਾਲੀ 'ਚ ਰੋਟੀ ਖਵਾਉਂਦੇ ਪਏ ਨੇ। ਅੱਜ ਕੱਲ੍ਹ ਆਪਣੀ ਗੱਡੀ 'ਚ ਬੱਚੇ ਨਹੀਂ ਕੋਈ ਪਾਲਦਾ ਪਿਆ, ਕੁੱਤਿਆਂ ਨੂੰ ਬਿਠਾਇਆ। ਤੇ ਗਾਂ ਵਿਚਾਰੀ ਦੁੱਧ ਦਿੰਦੀ ਹੈ, ਸਾਰਾ ਦਿਨ ਬਾਹਰ ਖੇਤਾਂ ਸੁੱਕਾ ਘਾਹ ਚੁਗਦੀ, ਉਹਨੂੰ ਕਿਤੇ ਕਾਰ 'ਚ ਬਿਠਾਇਆ ਦੇਖੇ। ਜਿੰਨੇ ਅੰਮ੍ਰਿਤ ਦੁੱਧ ਦੇਣਾ ਵਜੀਦਾ ਕਹਿੰਦਾ, ਉਹ ਵਿਚਾਰੀ ਧੁੱਪ 'ਚ ਖਲੋਤੀ। ਤੇ ਜਿੰਨੇ ਭੌਂਕਣਾ ਉਹ ਏਸੀ ਥੱਲੇ ਬੈਠਾ ਹੈ। ਉਹ ਕਹਿੰਦਾ ਰੱਬਾ ਤੇਰਾ ਕੋਈ ਪਤਾ ਨਹੀਂ, ਮੂਰਖ ਬੰਦਿਆਂ ਨੂੰ ਰੁਪਈਆ ਨਾ ਭਰ ਦੇਣਾ ਤੇ ਪੜ੍ਹੇ ਲਿਖੇ ਵਿਚਾਰੇ ਉਹਨਾਂ ਤੋਂ ਚੈੱਕ ਮੰਗਦੇ ਪਏ। ਇਹ ਖੇਡ ਹੈ ਨਾ ਉਹਦੀ। ਉਹ ਕਹਿੰਦੇ ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ। ਕੋਈ ਪਤਾ ਨਹੀਂ ਤੇਰੀ ਖੇਡ ਦਾ ਪਿਆਰਿਓ। ਸੱਚੀ ਗੱਲ ਜੇ ਹਮੇਸ਼ਾ ਸਿੱਖ ਭੈ ਵਿੱਚ ਹੀ ਰਹੇ। ਜਦੋਂ ਭੈ 'ਚ ਰਹਿ ਗਏ ਦਾ ਮਤਲਬ ਖੀਨਤਾ ਨਹੀਂ, ਭੈ ਵਿੱਚ ਰਹੇਗਾ ਤੇ ਅੰਦਰ ਦੀ ਖੌਮੇ ਮਰੇਗੀ। ਤੇ ਜਬ ਕਛ ਪਾਵੇ ਤਬ ਗਰਭ ਕਰਤ ਕੈ, ਉਦੋਂ ਬੰਦੇ ਦੇ ਪੱਲੇ ਕੁਛ ਨਹੀਂ ਰਹਿੰਦਾ। ਗਊਆਂ ਦਿੰਦਾ ਘਾਹ ਮਲੀਦਾਂ ਕੁੱਤਿਆਂ, ਜਾਗਦਿਆਂ ਦੀ ਖੋਹ ਕੇ ਦਿੰਦਾ ਸੁੱਤਿਆਂ। ਚੌਂ ਕੁੰਡੀ ਕੈ ਪਾਣੀ ਥਲ ਸਰਬ ਸਰ, ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ। ਉਹਨੂੰ ਕਹਿ ਦੇ ਵੀ ਕੁੱਤੇ ਨੂੰ ਤੂੰ ਮਲੀਦੇ ਖਵਾਈ ਜਾਂਦਾ, ਗਾਂ ਵਿਚਾਰੀ ਧੁੱਪੇ ਘਾਹ ਚੁਗਦੀ ਪਈ। ਅਗਲਾ ਬਚਨ ਉਹ ਕਹਿੰਦਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ। ਮੂਰਖ ਬੰਦੇ ਹਾਥੀ ਦੇ ਤਲੇ ਜਾਂਦੇ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਤੇ ਪਾਟੇ ਜੋੜਿਆਂ। ਵਿਦਵਾਨ ਬੰਦਾ ਤਰਲੇ ਮਾਰਦਾ ਪਿਆ ਕਿ ਮੇਰੇ ਤੋਂ ਗੱਲ ਸੁਣ ਲਓ, ਮੇਰੇ ਬੱਚਿਆਂ ਦੀ ਰੋਟੀ ਬਣ ਜਾਏ। ਖੇਡ ਹੈ ਨਾ ਪਰਮਾਤਮਾ ਦੀ। ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ। ਕਰਨ ਸੁਗੜ ਮਜ਼ਦੂਰੀ, ਸਿਆਣੇ ਬੰਦੇ ਮਜ਼ਦੂਰੀ ਕਿੱਥੇ ਕਰਦੇ ਨੇ? ਮੂਰਖ ਦੇ ਜਾਏ ਘਰ। ਮੂਰਖ ਦੇ ਬੂਵੇ ਅੱਗੇ ਸਿਆਣੇ ਖਲੋਤੇ। ਕਹਿੰਦਾ ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ, ਕਿਸੇ ਕਹਿ ਦੇਣਾ ਕਿਹੋ ਜਿਹੀ ਵੰਡ ਕਰੀ ਬੈਠਾ। ਮੈਂ ਇੱਕ ਬੇਨਤੀ ਕਰਾਂਗਾ ਕਿ ਦੁਨੀਆ ਦੀ ਹਰ ਸ਼ਕਤੀ, ਹਰ ਤਾਕਤ
मेरे परिपूर्ण परमात्मा के अधीन है। पहला बचन है अज का कि सुख सागर वो सुखां दा समुंदर है, ਉਹਦੇ ਕੋਲ दुख नहीं। सुर तर जिन्ने स्वर्ग दे रुख ने, पार जात होवे, होर भी रुख जितने जिन्हां तो मंगते ने, सुख सागर सुर तर चिंता मन, आ चिंतामणी कि जिहड़ी चिंता दूर कर दे। तो चलो इत्थे ते पता नहीं है नहीं, पर सिंगापुर थाईलैंड जाओ बड़े मिलते जी, वो पाटड़े अपने मैनूं बख्श दिया जो आए होंदे ने पत्थर लैके। हुण साडे बंदे भी पाए होंदे ने, इत्थे नग इत्थे ना, कोई बेचारे चिंता दूर। वो तू नग दी थां सवेरे उठ के नितनेम कर ते सुखमनी साहिब दा पाठ कर, तेरे अंदर नूं शांति मिले। असीं पत्थरां चों शांति लभण तुरे। कोई मंदिर च पच्छे पूजी जांदा, कोई मुंदरी च पूजी जांदा, पत्थर तां पत्थर ही है। जिथे नाम आ गया दुनिया की हर ताकत उत्थे झुकेगी, नाम के बराबर कोई नहीं। सतगुरु कहते सुख सागर सुरतर चिंता मन, तू चिंता मन की थां ते सुख मनी पढ़। जे चिंता नूं दूर करनी ते बाणी पढ़, धुर की बाणी आई तिन सगली चिंत मिटाई। एदों वड्डी चिंतामणी की होनी है। सुख मनी सुख अमृत प्रभ नाम, भगत जना कै मन विश्राम। प्रभ कै सिमरन कबू ना झूरै, चिंतामण एदों वड्डी केड़ी। ना कर चिंत चिंता है करते, हर देवै जल थल जनता सब तै। तू चिंता ना कर, उहदा चिंतन कर। जिथे चिंतन आ जाएगा उत्थे चिंता का खात्मा हो जाएगा। चिंता भी तो एक चिंतन ही है ना, एक याद ही है। सतगुरु कहते ने चिंता मन, चिंता नूं दूर करने वाला। तो यह तजर्बा करके देखो, कली कथा ना समझो भी बोल गए। कोई बंदा, मैं कल भी कहा सी, कोई दुख तो नहीं बचिया, पर एक काम करो, जिस हिरदे विच दुख बैठा है, इनू इत्थे बाणी लै आओ। जिथे बाणी आ गई उत्थे चिंता नहीं रहनी, उत्थे झोरा नहीं रहना, उत्थे सहसे जियो मलीन नहीं खोना, उत्थे कोई फिक्र नहीं रहना, क्योंकि उन्होंने पता है मेरा विधाता मेरे सिर ते खलोता है। सतगुरु कहते सुख सागर सुरतर चिंता मन, काम तेन बस जाके, काम तेन गऊ ओदे अधीन है। अगला बचन महाराज कहते हैं चार पदार्थ, आ चारे पदार्थ धर्म अर्थ अर काम मोक्ष, अष्ट दसा सिद्ध, आ 18 सिद्धियां, नव निध, आ 9 निधियां, कर तल तांके ओदे हथ दी तली ते ने। असी एक बचन रोज़ पढ़ने, मेरा ख्याल उस बचन नूं पढ़िया ना चिंता खत्म हुंदी है। तुहानूं सारिआं नूं चेते वे वो बचन है, काहे रे मन चितवै उदम, जां आर हर जियो परिया। बेनती है कि जिहदे हथ दी तली ते सब कुछ है, तू क्यों चिंता कर रहे हैं? वो तेरे आहार विच आप लगा है, वो तेरे लिए परा लबदों ने बनाई है। काहे रे मन चितवै उदम, जां आहार हर जियो परिया। सैल पत्थर में जंतु पाए, पत्थरां च कीड़े पैदा कर दिते, तांका रिजक आ गए कर धरिया। बाहरों कुछ नहीं, अगे जिथे कीड़ा है उत्थे पत्थर दे अगे ही ओदा रिजक पिया। ते याद रखियो, वो तुरदा फिरदा तो नहीं ज़्यादा पत्थर च बंद, जिथे जिथे अगे अगे जाई जांदा, अगे अगे रब रोटी बनाई जांदा, अगे रोजी रखी जांदा। उन्होंने खब्बे सज्जे नहीं जाना पैंदा पत्थर दे कीड़े। ये गल ध्यान नाल सुनियो कि तांका रिजक आग्या कर धरिया, ओदी रिजक उन्हें रख दिता। काहे रे मन चितवै उदम, जां आहार हर जियो परिया। सैल पत्थर में जंतु उपाए, तांका रिजक आग्या कर धरिया। मेरे माधो जी सत संगत मिले सो तरिया, गुर प्रसाद परम पद पाया, सूके काष्ट हरिया। जेड़ा संगत च मिलिया वो तरिया, जेड़ा संगत च आया गुर प्रसाद पा लिया। जिन्हों गुर प्रसाद मिल गया सुके होए भी खरे हो गए। सूके काष्ट खरिया, महाराज कहते ने कि वो सुके हुए बंदे भी मेरे माधो जी सत संगत मिले सो तरिया। गुर प्रसाद परम पद पाया, सूके काष्ट खरिया रहाओ। जनन पिता लोक सुत बनता। बस असी इस सारे ते जिन्ने नफरत ना करियो, पर एक गल भरोसे नाल करियो, जे पुत्र माँ बाप भैन भरा कोई वसीला है, ये वसीला रब ने बनाया, पर देण वाला दाता वाहिगुरू है। जनन जननी माँ पिता पुत्र बनता स्त्री, लोक दर ते चुगिरदे दे मित्र सज्जन लोक। कोई ना किसकी धरिया, कोई किसे दा सहारा नहीं जे।
सच ਇਹ ਵੇ ਕਿ ਦੇਣ ਵਾਲਾ ਸਹਾਰਾ ਕੇਵਲ ਇੱਕ ਜਿਹਦੇ ਹੱਥ ਵੀ ਸਭ ਕੁਝ ਰੱਖਿਆ ਹੋਇਆ ਹੈ। ਜਨਨ ਪਿਤਾ ਲੋਕ ਸਿਧ ਬੰਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ। ਕਿਉਂ ਝੁਰੀ ਜਾਣਾ ਮਨਾ, ਕਾਹੇ ਮਨ ਭਉ ਕਰਿਆ। ਫਿਰ ਬੰਦਾ ਕਹਿੰਦਾ ਮਹਾਰਾਜ ਆਖਰ ਚਿੰਤਾ ਤੇ ਲੱਗੀ ਹੋਈ ਹੈ ਨਾ। ਸਤਿਗੁਰੂ ਅਗਲਾ ਪ੍ਰਮਾਣ ਦਿੰਦੇ ਨੇ, ਊਡੈ ਊਡ ਆਵੈ ਸੈ ਕੋਸਾਂ, ਸੈਂਕੜੇ ਕੋਹ ਤੋਂ ਦੂਰ ਕੂੰਜ ਉੱਡ ਕੇ ਆ ਗਈ, ਪਰ ਬੱਚੇ ਪਿੱਛੇ ਛੱਡ ਆਈ, ਨਾਲ ਨਹੀਂ ਲੈ ਕੇ ਆਏ। ਆਂਡੇ ਇਸ ਧਰਤੀ ਤੇ ਨਾ ਦਿੱਤੇ ਜਿੱਥੇ ਪ੍ਰਵਾਸ ਕੀਤਾ। ਉਡੈ ਊਡ ਆਵੈ ਸੈ ਕੋਸਾਂ, ਤਿਸ ਪਾਛੇ ਉਹਦੇ ਪਿੱਛੇ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ। ਉਹਨੂੰ ਕੌਣ ਖਵਾਏ ਤੇ ਕੌਣ ਚੁਗਾਏਗਾ। ਬਾਬਾ ਜੀ ਕਹਿੰਦੇ ਨੇ ਮਨ ਮਹਿ ਸਿਮਰਨ ਕਰਿਆ। ਕੂੰਜ ਨੇ ਬੱਚੇ ਦਾ ਸਿਮਰਨ ਕੀਤਾ ਤੇ ਕੂੰਜ ਦੇ ਦਾਣੇ ਦੀ એનર્ਜੀ ਬੱਚੇ ਵਿੱਚ ਚਲੀ ਗਈ। ਸੇਵਾਪੰਥੀ ਮਹਾਂਪੁਰਖ ਹੋਏ ਨੇ ਜਿਹੜੇ, ਭਾਈ ਕਨ੍ਹਈਆ ਸਾਹਿਬ ਜੀ, ਜਿਹੜੀ ਸੇਵਾਪੰਥੀ ਸੰਪਰਦਾ ਆਪਾਂ ਦੇਖਨੇ ਖਾਂ, ਇਹ ਇਹਨਾਂ ਦੀ ਇੱਕ ਕਿਤਾਬ ਹੈ ਪੜ੍ਹਨ ਵਾਲੀ, ਸੰਤ ਰਤਨਮਾਲ। ਤੇ ਜ਼ਰੂਰ ਮੈਂ ਬੇਨਤੀ ਕਰਾਂਗਾ ਕਿ ਗੁਰਮਤ ਦਾ ਸਾਹਿਤ ਜ਼ਰੂਰ ਪੜ੍ਹੋ, ਲਿਟਰੇਚਰ ਜ਼ਰੂਰ ਪੜ੍ਹੋ ਗੁਰਮਤ ਦਾ। ਤੇ ਪੜ੍ਹੋ ਉਹ ਜਿਹਦੇ ਪੜ੍ਹਨ ਨਾਲ ਸਵੇਰੇ ਨਿਤਨੇਮ ਕਰਨ ਦਾ ਚਾਅ ਬਣੇ। ਉਹ ਨਾ ਪੜ੍ਹਿਓ ਜਿਹਦੇ ਪੜ੍ਹਨ ਦੇ ਨਾਲ ਕਹਿਣ ਲੱਗ ਪਏ ਤਾਂ ਬਾਣੀ ਬਾਬਾ ਜੀ ਦੀ ਹੈ ਹੀ ਕੋਈ ਨਹੀਂ, ਅਸੀਂ ਐਵੇਂ ਹੀ ਪੜ੍ਹਦੇ ਰਹੇ। ਮੇਰੀ ਬੇਨਤੀ ਹੈ, ਗੁਰੂ ਸਾਹਿਬ ਨੇ ਦੋ ਗੱਲਾਂ ਕਹੀਆਂ। ਕਹਿੰਦੇ ਨੇ ਉਹ ਹੱਥ ਚੁੰਮ ਲਵਾਂ ਜਿਨ੍ਹਾਂ ਨੇ ਰੱਬ ਦਾ ਨਾਮ ਲਿਖਿਆ, ਉਸ ਕਲਮ ਦਵਾ ਤੇ ਸ਼ਾਹੀ ਨੂੰ ਧਨ ਕਹਾਂ ਜਿਹਦੇ ਰਾਹੀਂ ਅੱਖਰ ਉਕਰੇ ਗਏ। ਕਹਿਣ ਲੱਗੇ ਉਹ ਕਾਗਜ਼ ਧਨ ਜਿਹਦੇ ਤੇ ਸਿਫਤ ਲਿਖੀ, ਕਹਿੰਦੇ ਨੇ ਉਹ ਲਖਾਰੀ ਸਾੜੀ ਕਿਉਂ ਨਾ ਗਿਆ ਜਿਹਨੇ ਪਵਾੜੇ ਹੀ ਪਾ ਦਿੱਤੇ। ਬਚਨ ਕਹਿ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੇ ਅਗਲਾ ਬਚਨ ਹੈ ਕਲਮ ਜਲੋ ਸਨ ਮਸਵਾਣੀਐ। ਚੇਤੇ ਰੱਖੋ ਵਿਪਰੀਤ, ਕਲਮ ਸ਼ਾਹੀ ਦੇ ਸਮੇਤ ਸੜ ਜਾਏ, ਕਾਗਜ਼ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ। ਦੇਖੋ ਜਦੋਂ ਵੀ ਗੁਰਮਤ ਦਾ ਸਾਹਿਤ ਪੜ੍ਹਨਾ ਹੋਵੇ, ਕਦੀ ਇੱਕ ਕਿਤਾਬ ਸ਼ੁਰੂ ਨਾ ਕਰੋ। ਚਾਹੀਦਾ ਤਾਂ ਪੜ੍ਹਨਾ, ਹਰ ਸਿੱਖ ਪੜ੍ਹੇ। ਮੈਨੂੰ ਯਾਦ ਹੈ ਪਹਿਲਾਂ ਜਨਮ ਸਾਖੀਆਂ ਆਪਣੇ ਘਰਾਂ 'ਚ ਪੜ੍ਹਦੇ ਸਾਂ, ਸਾਰੇ ਜੀ ਨਿਆਣੇ ਵੱਡੇ ਸਾਰੇ ਇਕੱਠੇ ਹੋਣੇ, ਇੱਕ ਸਾਖੀ ਪੜ੍ਹਨੀ, ਸਾਰਿਆਂ ਸੁਣਨੀ। ਹੁਣ ਤਾਂ ਕਿਹੜਾ ਪੜ੍ਹਦਾ, ਆਪੋ ਆਪਣੇ ਕਮਰਿਆਂ ਦੇ ਦਰਵਾਜ਼ੇ ਬੰਦ ਨੇ। ਤੇ ਨਿਆਣੇ ਕਹਿ ਵੀ ਦਿੰਦੇ ਨੇ, ਇੰਡੀਆ 'ਚ ਕਹਿਣ ਲੱਗ ਪਏ ਕਿ ਸਾਡਾ ਬੂਹਾ ਖੋਲ੍ਹਣ ਤੋਂ ਪਹਿਲਾਂ ਖੜਕਾ ਜ਼ਰੂਰ ਲਿਆ ਕਰੋ। ਕਿੰਨੇ ਸਾਖੀ ਸੁਣਨੀ। ਸਤਿਗੁਰੂ ਕਹਿੰਦੇ ਨੇ ਕਿ ਦੇਖ ਤੂੰ ਬਾਣੀ ਨਾਲ ਜੁੜ। ਉਹਨਾਂ ਦੀ ਕਿਤਾਬ ਹੈ ਸੰਤ ਰਤਨਮਾਲ, ਉਹ ਹੈ ਸਾਧ ਭਾਖਾ ਵਿੱਚ, ਹਿੰਦੀ ਵੀ ਪੰਜਾਬੀ ਵੀ ਬ੍ਰਿਜ ਵੀ ਸੋਧੀ ਜੀ ਮਿਲੀ। ਉਹਦੇ ਵਿੱਚ ਇੱਕ ਸਾਖੀ ਦਿੱਤੀ ਹੈ ਵੀ ਇਹ ਸ਼ਬਦ ਨਾ ਇੱਕ ਸਾਧੂ ਨੇ ਉਹਨਾਂ ਦੇ ਪੜ੍ਹ ਲਿਆ ਵੀ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜ਼ਕ ਆ ਗਿਆ ਕਰ ਧਰਿਆ, ਜਾਂ ਊੜਾ ਊੜ। ਉਹ ਆਂਦਾ ਵੀ ਮੈਂ ਤਾਂ ਮੰਨਾਂ ਜੇ ਮੇਰੇ ਨਾਲ ਵਾਪਰੇ, ਮੈਂ ਰੋਟੀ ਨਹੀਂ ਕਿਸੇ ਤੋਂ ਮੰਗਣੀ, ਬੂਵੇ ਕਿਸੇ ਅੱਗੇ ਨਹੀਂ ਬਹਿਣਾ। ਮਨ 'ਚ ਬਣ ਗਿਆ, ਸਾਧੂ ਸੀ ਫੁਰਨਾ ਬਣਾ ਲਿਆ ਵੀ ਮੈਂ ਤਾਂ ਮੰਨੂਗਾ ਜੇ ਮੈਨੂੰ ਰਿਜ਼ਕ ਦਿੱਤੇ ਜੰਗਲ 'ਚ ਮਿਲੇ। ਉਹ ਚੁੱਕ ਲਿਆ ਆਪਣੀ, ਉਹਨੇ ਬਸਤਰ ਚੁੱਕਿਆ ਜੀ, ਜੰਗਲ 'ਚ ਬਹਿ ਗਏ ਜਿੱਥੇ ਆਵਾਜਾਈ ਵੀ ਨਹੀਂ। ਉਹ ਸਾਰਾ ਦਿਨ ਬੈਠਾ ਰਿਹਾ ਤੇ ਨਾਲ ਕਰੀ ਗਿਆ, ਮਹਾਰਾਜ ਤੁਸੀਂ ਤੇ ਕਹਿੰਦੇ ਸੋ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜ਼ਕ ਅਗਰ ਧਰਿਆ। ਕੀੜਿਆਂ ਦਾ ਦਿਨ ਨਿਕਲ ਗਿਆ, ਰਾਤ ਨਿਕਲ ਗਈ ਜੀ, ਦੂਜਾ ਦਿਨ ਆ ਗਿਆ ਤੇ ਇੰਨੀ ਦੇਰ ਨੂੰ ਕੁਝ ਬੰਦੇ ਘੋੜਿਆਂ ਤੇ ਲੰਘੇ ਤੇ ਉਹਨਾਂ ਦੇਖਿਆ ਵੀ ਇਹ ਬੰਦਾ ਬੈਠਾ ਸਾਧੂ, ਤੇ ਉਹ ਰਸਤੇ ਨੂੰ ਛੱਡ ਕੇ ਲੰਘ ਰਹੇ ਸਨ। ਉਹਨਾਂ ਦੇ ਮਨ 'ਚ ਆਇਆ ਵੀ ਇਹ ਬੰਦਾ ਬੈਠਾ ਇੱਥੇ, ਤੇ ਉਹ ਥੱਲੇ ਉਤਰੇ, ਦੇਖਿਆ ਤੇ ਉਹ ਨੇਤਰ ਬੰਦ, ਤੇ ਇੱਕ ਕਹਿੰਦਾ ਵੀ ਰੋਟੀ ਦਾ ਵੇਲਾ ਹੋ ਗਿਆ, ਆਪਾਂ ਇੱਥੇ ਖਾ ਲਈਏ। ਉਹ ਸਨ ਬੜੇ ਧਰਮਾਤਮਾ, ਉਹ ਕਹਿਣ ਲੱਗੇ ਵੀ ਰੋਟੀ ਖਾਵਾਂਗੇ ਤਾਂ ਜਾਂ ਪਹਿਲਾਂ ਕਿਸੇ ਲੋੜਵੰਦ ਨੂੰ ਦਈਏ। ਉਹ ਕਹਿਣ ਲੱਗੇ ਚਲੋ ਆਹ ਬੰਦਾ ਇਹਨੂੰ ਖਵਾਓ ਪਹਿਲਾਂ। ਉਹ ਜਦੋਂ ਖਵਾਉਣ ਲੱਗੇ ਤੇ ਉਹ ਦੰਦ ਮੂੰਹ ਨਾ ਖੋਲੇ। ਉਹ ਆਂਦਾ ਮੈਂ ਤਾਂ ਪੱਥਰ ਦੀ ਤਰ੍ਹਾਂ ਹੀ ਕਰਾਂਗਾ, ਸੈਲ ਪੱਥਰ ਮੈਂ ਜੰਤੂ ਪਾਏ। ਉਹ ਖਾਏ ਨਾ, ਉਹ ਕਹਿਣ ਲੱਗੇ ਤਾਂ ਮੂੰਹ ਨਹੀਂ ਖੁੱਲਦਾ, ਸਮਾਧੀ 'ਚ ਗਿਆ। ਉਹ ਕਹਿੰਦੇ ਨੇ ਸਾਨੂੰ ਭੁੱਖ ਲੱਗੀ ਹੈ, ਜੇ ਨਹੀਂ ਖਾਂਦਾ ਤੇ ਦੰਦ ਤੋੜੋ, ਦੰਦ ਤੋੜ ਕੇ ਰੋਟੀ ਅੰਦਰ ਪਾਓ, ਅਸੀਂ ਨੇਮ ਆਪਣਾ ਤਾਂ ਨਿਭਾਵਾਂਗੇ ਜੇ ਬੁਰਕੀ ਖਾਏਗਾ। ਉਹਨੇ ਜਦ ਸੁਣਿਆ ਦੰਦ ਤੋੜੋ, ਉਹਨੇ ਨਾਲ ਹੀ ਮੱਥਾ ਟੇਕਦਾ ਕਹਿੰਦਾ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਂ, ਜੇ ਤੂੰ ਦੇਣ ਤੇ ਆਵੇਂ ਤੇ ਦੰਦ ਤੋੜ ਕੇ ਵੀ ਦੇ ਦੇਣਾ। ਮੈਨੂੰ ਬੜੀ ਚੰਗੀ ਲੱਗੀ ਗੱਲ। ਸੰਤ ਰਤਨਮਾਲ ਕਿਤਾਬ ਦਾ ਨਾਮ ਹੈ। ਮੈਂ ਬੇਨਤੀ ਕਰਾਂ, ਦੇਖੋ ਉਸ ਠਾਕੁਰ ਦੇ ਹੱਥ 'ਚ ਉਡਾ ਊੜ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਛਰਿਆ, ਤਿਨ ਕਮਣ ਖਲਾਵੈ ਕਮਣ ਚਗਾਵੈ, ਮਨ ਮੈਂ ਸਿਮਰਨ ਕਰਿਆ ਸਭ ਨਿਧਾਨ
असल चो तुक मैं ये कहनी चाहना, सब निधान 10 अष्ट सिधान मुट्ठी बंद करके नहीं रखी। बंदे नूं रब देंदा, बंदा मुट्ठियां बंद करदा जे, पर देण वाला कदी मुट्ठी बंद नहीं करता। कर तल, ਇਹਦਾ मतलब मुट्ठी च नहीं क्या, अपनी तली खोल के उत्ते रखिया। भलिया मैं मुट्ठी बंद करके नहीं रखी, मैं तली ते खोल के रखिया, तेनों किसी चीज़ की कमी नहीं। सब निधान 10 अष्ट निधान ठाकुर कर तल धरिया, जा नानक बल बल सदवल जाइए, तेरा अंत ना पारा वरिया। सतगुरु बचन करते हैं कि सब दा रिजक दाता वो है। यही कारण गुरु गोबिंद सिंह सच्ची सरकार जफरनामा आप पढ़िए। कल भी मर्ज की सी अकाल उस संबंधी जफरनामे च हजूर एक बचन करते। वैसे तो सारा ही जो किते दिन आते ने शहीदां दे, मैं तो पाठ करना जिवें जाप साहिब का करीदा भी लालां दी शहादत कै मन बैराग च हुंदा है। ते जदों जफरनामा पढ़ीदा है उदों अंदर इन्ना उत्साह मिलदा, मना ना डोल, तेरा गुरु पुत्तां दी शहादत तो बाद भी खार नहीं मनिया। जफरनामे का अर्थ तुहानूं पता ही है, फतेहनामा। वैसे 2 लिखे महाराज जी ने, एक फतेहनामा लिखा, एक जफरनामा लिखा। मैं एक बार बेनती की, फतेहनामा माछीवाड़े तो विद्वान किन्ने लिखा, जफरनामा कांगड़ तो पिछले दिन भी मैं अर्ज की। ਉਹਦੇ 'ਚ एक शेर है। वैसे तो सारे चढ़दी कला परवाह ना की। मैं तो एक दिन भी अर्ज की सी कि वेखो आम तौर पर बंदा जो कर लेंदा बादशाह नूं कहंदा मेरा कोई कसूर नहीं सी, मैं तो गलती नाल चला बैठा, एवें बंदूक चल गई, तुहाडे बंदे नूं वज गई, मैनूं बख्श दिओ। गुरु गोबिंद सिंह कहंदे ने तेरा एक जरनैल आया सी बड़े दावे नाल, ख्वाजा महमूद, जिन्हों सतगुरु ने मरदूद लिखिया। फारसी विच मरदूद का अर्थ हुंदा कायर बुझदिल नमर्द। वो कहते तेरा एक जरनैल आया, 2 काए मैं दोनों नूं फुंडिया, तीजा दावा करदा आया जदों 2 बंदे तेरे डिगे वो गर्दन लुका के सिर झुका के चला गया। मैं तेनों लिख के कहना जे किते मेरे सामने आउंदा मैं एक तीर नाल उहदी खोपड़ी उड़ा देनी सी। कह देखो एडी चढ़दी कला वाले बचन। कहन लगे कि आ खवाजा मरदूद साया ए दीवार, मरदूद शब्द वरत्या, बुझदिल आया, नमर्द आया तेरा जरनैल। क्या ख्वाजा मरदूद साया ए दीवार, ने ना मदां बा मरदान ए वार, दरेगा अगर रूवे आ दीद मंग। जे मैनू ओदा रूए दा अर्थ चेहरा दिस पैंदा, दरेगा दा अर्थ हुंदा अफसोस ते दरोग दा अर्थ हुंदा झूठ। दरेगा अगर रूवे आ दीद मंग, बा यक तीर लाचार बख्शीद मंग। एक बारी चेहरा दस दिंदा मैं ओदा चेहरा फुंड के रख देना सी, तीर बख्श देना सी। ओए देखो सतगुरु की कहंदे, कहंदे ने औरंगजेब तेनू लोग जहांपनाह कहंदे ने, तेनू लोग रिजकदाता कहंदे ने, तेनू लोग प्रजा पालक कहंदे ने, ते जिन्ना जिन्ना तेनू कहंदे ने तू खजाने ते मान करना है, तेरा नज़र लश्कर वल हुंदी है। ते मैं पुत्रां दी लाश कोलों लंघिया, मैं लश्कर ते मान नहीं कीता, मैं रब दा शुक्र कीता। मैं ओदे सहारे जिन्ना तुरा घर नज़र हस्त लश्कर व जर, तेरी नज़र लश्करदार ते फौज ते जरदार ते पैसा, तेरी नज़र सिपाहियां दे ते पैसे ते है। तुरा घर नज़र हस्त लश्कर व जर के मारा निगाह अस्त यजदा। यजदा फारसी च कहंदे ने रब नूं, वाहिगुरू। तुरा घर नज़र हस्त लश्कर व जर के मारा निगाह अस्त यजदा। शुक्र मैं केवल रब दा शुकराना करना। गुरमुखो आओ उस परमात्मा दा पल्लू पकड़िए जिदे थले सारियां ताकतां ने। आप अज कोई कामते नूं मनाएगा, कल नूं सुरतर नूं मनाना पै जूगा, परसों चौथे नूं पूजना पै जूगा। हुण यही कारण ना जदों दुकान चलदी उदों श्री गणेश हुंदा है, उहदा काम खोलना है। जदों चल जांदा उहनूं कहंदे ने तू बाहर निकल। यही कारण तुसीं देखिओ गणेश पूजा हुंदी है ना, उहनूं फिर परवाह कर आउंदे ने तेरा काम खत्म हो गया, हुण लक्ष्मी आउण दे, क्योंकि आपो अपने महकमे वंडे ने। गणेश चल लक्ष्मी अंदर, लक्ष्मी आई फिर दूजा देवता आ गया। गुरु कहंदा एवें सारे महकमे च क्यों भज्जिया फिरना, तू सीधा मेरे कोल आ, महकमे वाले नूं छड्ड, सारी चीज़ मैं तेरी झोली च पांगा। उसे नूं सतगुरु क्या जगत भिखारी फिरत है, सब को दाता राम, जां सबना जियां का एक दाता सो मैं विसर न जाई। इसे प्रकरण नूं आपां कल अगे विचारांगे।
ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਕੱਲ ਦਾ ਬਚਨ ਹੈ, ਕਿਉਂ ਮਨਾ ਰੱਬ ਦਾ ਨਾਮ ਜਪ ਜ਼ਬਾਨ ਨਾਲ, ਜਿੰਨਾ ਕੋਈ ਤੂੰ ਬੋਲਣਾ ਪਿਆ, ਇਹ ਬੋਲਣਾ ਕਿਸੇ ਅਰਥ ਨਹੀਂ ਨਾਮ ਤੋਂ ਬਿਨਾਂ। ਕੱਲ ਨੂੰ ਇਹਦੀ ਵਿਚਾਰ ਕਰਾਂਗੇ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ। ਬਹੁਤ ਟਿਕ ਕੇ ਆਪ ਜੀ ਨੇ ਕੀਰਤਨ ਕਥਾ ਸਰਵਣ ਕੀਤੀ। ਆਓ ਜਿਨ੍ਹਾਂ ਕਾਰ ਵਿਹਾਰ ਤੇ ਜਾਣਾ ਉਹ ਜ਼ਰੂਰ ਜਾਣ, ਪਰ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਥੋੜਾ ਜਿਹਾ ਜਪ ਲਈਏ, ਜੋ ਹਰ ਸਾਲ ਆਪ ਅਸੀਸ ਦਿੰਦੇ ਹੋ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਖੇ ਗੁਰੂ ਵਾਖੇ ਗੁਰੂ, ਸੌਖਾ ਸੇ ਕਰਨਾ। ਵਾਖੇ ਗੁਰੂ 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 ਵਾਖੇ ਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ 'ਚ ਬੋਲਦਿਆਂ, ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਤਰਸ ਖਾ ਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।